साध संगत अपने ख्याल ਨੂੰ ਬਾਹਰੋਂ ਰੋਕ ਕੇ ਗੁਰੂ ਚਰਨਾਂ ਨਾਲ ਜੋੜੋ। ਪੂਰਾ ਪੂਰਾ ਧਿਆਨ ਗੁਰ ਸ਼ਬਦ ਵਿਚਾਰ ਵੱਲ ਹੋਵੇ। ਹੋਰ ਪਾਸਿਓਂ ਪੂਰਾ ਸੰਕੋਚ ਹੋਵੇ। ਸੇਵਾ ਦੀ ਬਾਬਤ ਪਿਛਲੇ ਕਈ ਦਿਨਾਂ ਵਿੱਚ ਵਿਚਾਰ ਚੱਲੀ। ਸੇਵਾ ਕਰਕੇ ਕਿੱਡੀ ਉੱਚ ਮੁਰਾਦ ਦੇ ਹਾਸਲ ਹੋਏ। ਨਿਸ਼ਕਾਮ ਸੇਵਾ ਪ੍ਰਭੂ ਪ੍ਰਾਪਤੀ ਦਾ ਸਾਧਨ, ਸਹਿਕਾਮ ਸੇਵਾ ਕਾਮਨਾ ਦੀ ਦਾਤਾ ਹੈ। ਸੋ ਤਨ ਕਰਕੇ ਸੇਵਾ ਹੁੰਦੀ ਹੈ, ਮਨ ਕਰਕੇ ਭਜਨ ਹੋਇਆ ਕਰਦਾ। ਭਜਨ ਸੇਵਾ ਦਰਅਸਲ ਇਕੱਠੇ ਕੀਤੇ ਜਾਂਦੇ, ਜਿਵੇਂ ਪ੍ਰਾਣਾਯਾਮ ਔਰ ਤਪੱਸਿਆ ਇਕੱਠੀ ਕੀਤੀ ਜਾਂਦੀ ਸੀ। ਸੋ ਵਾਹਿਗੁਰੂ ਅੰਤਰਯਾਮੀ ਕਹਿੰਦਾ ਹੈ, ਐ ਜੀਵ ਤੂੰ ਮੇਰੀ ਸ਼ਰਨ ਆ, ਮੈਂ ਤੈਨੂੰ ਸਾਰੇ ਦੁੱਖਾਂ ਪਾਪਾਂ ਤੋਂ ਬਰੀ ਕਰ ਦਿਆਂਗਾ, ਮੁਕਤ ਕਰ ਦਿਆਂਗਾ। ਇੱਕ ਕਿਸੇ ਸ਼ਹਿਰ ਵਿੱਚ ਕਿਸੇ ਰਾਜਾ ਦੀ ਹਕੂਮਤ, ਬੜਾ ਨਿਆਂਕਾਰੀ ਹੈ, ਧਰਮਾਤਮਾ ਹੈ, ਪ੍ਰਜਾ ਸੁਖੀ ਹੈ। ਉਸੀ ਸ਼ਹਿਰ ਦੇ ਵਿੱਚ ਇੱਕ ਗਰੀਬ ਨਾਈ ਰਹਿੰਦਾ, ਜਿਸ ਦਾ ਵਿਚਾਰ ਦਾ ਟੁੱਟਿਆ ਚੌਂਪੜਾ ਹੈ। ਸੋ ਚਾਹੁੰਦਾ ਕਿਤੇ 4 ਪੈਸੇ ਦੀ ਨੌਕਰੀ ਮਿਲ ਜਾਏ, ਪਰ ਕੋਈ ਬਣਤ ਨਹੀਂ ਬਣਦੀ। ਉਸਨੇ ਅਖੀਰ ਕੋਈ ਰਾਜਾ ਦੇ ਨਿਕਟਵਰਤੀ ਹਲਕਾਰ ਉਸਦੀ ਸੇਵਾ ਕਰਨੀ ਆਰੰਭ ਕਰ ਦਿੱਤੀ। ਸੇਵਾ ਕਰੀ ਜਾਂਦਾ, ਕੁਛ ਨਹੀਂ ਮੰਗਦਾ। ਉਹ ਖੁਸ਼ ਹੋਇਆ। ਹਲਕਾਰ ਖੁਸ਼ ਹੋ ਕੇ ਇੱਕ ਦਿਨ ਪੁੱਛਣ ਲੱਗਾ, ਦੱਸ ਬਈ ਕੁਛ। ਉਹ ਕਹਿਣ ਲੱਗਾ, ਜੇ ਕੋਈ ਛੋਟੀ ਮੋਟੀ ਨੌਕਰੀ ਸਰਕਾਰ ਦੀ ਹਜ਼ੂਰੀ ਵਿੱਚ ਮਿਲ ਜਾਏ, ਬੜੀ ਅੱਛੀ ਬਾਤ। ਉਸਨੇ ਇੱਕ ਛੋਟਾ ਜਿਹਾ ਨੌਕਰ ਮੁਲਾਜ਼ਮ ਰਾਜਾ ਦੇ ਪਾਸ ਨਿਕਟਵਰਤੀ ਕਿਸੇ ਕੰਮ 'ਤੇ ਰਖਵਾ ਦਿੱਤਾ। ਬੜੀ ਚੰਗੀ ਸੇਵਾ ਕਰਦਾ ਰਿਹਾ। ਸੇਵਾ ਕਰਦਿਆਂ ਕਰਦਿਆਂ ਇਹੋ ਜਿਹੀ ਸੇਵਾ ਕੀਤੀ, ਰਾਜਾ ਦੀ ਵੀ ਪ੍ਰਸੰਨਤਾ ਹੋ ਗਈ। ਰਾਜਾ ਨੇ ਖੁਸ਼ ਹੋ ਕੇ ਹੋਰ ਉਸਦਾ ਅਹੁਦਾ ਵਧਾ ਦਿੱਤਾ। ਫਿਰ ਬੜੀ ਅੱਛੀ ਸੇਵਾ ਕਰਦਾ ਰਿਹਾ। ਇਸੀ ਤਰ੍ਹਾਂ ਰਾਜਾ ਹੋਰ ਪ੍ਰਸੰਨ ਹੋਇਆ। ਅਖੀਰ ਕਲਕੀ ਵੱਡੇ ਹਲਕਾਰਾਂ ਵਿੱਚ ਹੋ ਗਿਆ। ਉਸਨੂੰ ਕਈ ਪਿੰਡ ਦੇ ਦਿੱਤੇ ਇਨਾਮ ਵਿੱਚ। ਰਹਿਣ ਵਾਸਤੇ ਅੱਛੀਆਂ ਕੋਠੀਆਂ ਹੋ ਗਈਆਂ, ਔਰ ਉਸ ਪਾਸ ਹੁਣ ਬਹੁਤ ਸਾਰੇ ਲੋਕ ਆਪਣੀ ਬਿਹਤਰੀ ਵਾਸਤੇ ਵੀ ਸਾਨੂੰ ਕੋਈ ਛੋਟੀ ਮੋਟੀ ਨੌਕਰੀ ਰਾਜਾ ਦੇ ਪਾਸ ਮਿਲ ਜਾਏ ਤੇ ਉਸ ਨਾਈ ਪਾਸ ਆਉਣੇ ਸ਼ੁਰੂ ਹੋ ਗਏ। ਉਸਦਾ ਉੱਚਾ ਮੁਰਾਤਬਾ ਹੋ ਗਿਆ। ਦ੍ਰਿਸ਼ਟਾਂਤ ਇਸੀ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ ਹੈ, ਇਹ ਜੀਵ ਨਾਈ ਦੀ ਨਿਆਈ ਹੈ। ਅਤਿਅੰਤ ਆਤਮ ਧਨ ਤੋਂ ਕੰਗਾਲ ਹੋ ਚੁੱਕਾ ਹੈ, ਇਹਦੀ ਦੁਰਦਿਸ਼ਾ ਹੋ ਚੁੱਕੀ ਹੈ। 184 ਜੂਨ ਦੇ ਠੇਡੇ ਖਾ ਚੁੱਕਾ ਹੈ। ਅਨੇਕਾਂ ਆਦੀਆਂ ਬੇਅਦਬੀਆਂ ਉਪਾਧੀਆਂ ਦੇ ਸ਼ਿਕਾਰ ਹੋ ਰਿਹਾ ਹੈ। ਸੋ ਇਹਦੀ ਇਹ ਜਿਹੀ ਦੀਨ ਦਿਸ਼ਾ ਹੋਣ ਕਰਕੇ ਤਰਸਯੋਗ ਹਾਲਤ ਹੈ। ਉਸਨੇ ਹੌਲੀ ਹੌਲੀ ਵਾਹਿਗੁਰੂ ਅੰਤਰਯਾਮੀ ਦੇ ਨਿਕਟਵਰਤੀ ਮਹਾਂਪੁਰਖ ਮਹਾਤਮਾ ਦੀ ਸੇਵਾ ਆਰੰਭ ਕਰ ਦਿੱਤੀ। ਉਸਨੂੰ ਵੀ ਉਹਨਾਂ ਨੇ ਵਾਹਿਗੁਰੂ ਦੀ ਭਗਤੀ ਵਿੱਚ ਲਗਾ ਦਿੱਤਾ। ਮਾਨੋ ਉਸ ਰਾਜਾਨ ਰਾਜ ਵਾਹਿਗੁਰੂ ਦੀ ਸੇਵਾ ਵਿੱਚ ਲਗਾ ਦਿੱਤਾ। ਭਗਤੀ ਕਰਨ ਦੇ ਢੰਗ ਵੱਲ ਸਿਖਾ ਦਿੱਤੇ। ਭਗਤੀ ਕਰਦੇ 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 ਉਹ ਵੀ ਅੱਜ ਇੱਕ ਦਿਨ ਅੱਛਾ ਮਹਾਂਪੁਰਖ ਬਣ ਜਾਂਦਾ ਹੈ। ਉਹ ਜਿਸ ਨੂੰ ਕੋਈ ਪਸੰਦ ਨਹੀਂ ਸੀ ਕਰਦਾ, ਜਿਸ ਦੀ ਹਾਲਤ ਤਰਸਯੋਗ ਸੀ, ਦੁਰਦਿਸ਼ਾ ਸੀ, ਅੱਜ ਉਹੀ ਅੱਛੀ ਤਰ੍ਹਾਂ ਸਤਿਕਾਰਿਆ ਜਾ ਰਿਹਾ। ਲੋਕ ਉਸਦੇ ਪਾਸ ਆਪਣੀ ਬਿਹਤਰੀ ਵਾਸਤੇ ਪਹੁੰਚਦੇ ਹਨ। ਵਾਹਿਗੁਰੂ ਅੰਤਰਯਾਮੀ ਦੀ ਭਗਤੀ ਲਗਾ ਕੇ ਸਾਡਾ ਵੀ ਭਲਾ ਹੋਵੇ। ਇਉਂ ਵਾਹਿਗੁਰੂ ਦੀ ਭਗਤੀ ਕਰਦੇ ਕਰਦੇ ਇੱਕ ਦਿਨ ਉੱਚ ਅਵਸਥਾ ਨੂੰ ਪ੍ਰਾਪਤ ਹੁੰਦੀ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਹਿੰਦੂ ਧਰਮ ਦੇ ਰਕਸ਼ਕ ਇਸ ਵਿਸ਼ੇ ਤੇ ਇੱਕ ਸ਼ਬਦ ਉਚਾਰਨ ਕਰਦੇ ਹਨ, ਜਿਸ ਦੇ ਵਿੱਚ ਕੁਛ ਮਿਸਾਲਾਂ ਦੇ ਕੇ ਸਮਝਾਉਂਦੇ ਹਨ। ਜਿਨ੍ਹਾਂ ਵਾਹਿਗੁਰੂ ਦੀ ਸ਼ਰਨ ਗਿਰ ਕੇ ਵਾਹਿਗੁਰੂ ਦੀ ਭਗਤੀ ਕੀਤੀ, ਉਹ ਸਾਰੇ ਦੁੱਖਾਂ ਪਾਪਾਂ ਤੋਂ ਬਰੀ ਹੋਏ। ਜਿਸ ਦੇ ਵਿੱਚ ਇਉਂ ਫਰਮਾਉਂਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ।
जे सिमरत गनकासी उधरी तां को जसुर धारो। भयो टल थू जाकै सिमरन अर निर्भय पद पाया। दुख हरताए बिद को स्वामी तैं काहे बिसराया। जब ही शरण गही कृपा निध गज ग्राहते छूटा। मिम्मा नाम कहाँ लो वरनो राम कहत बंधन ते टूटा। अजामल पापी जग जाने निमख माह निस्तारा। नानक कहत चेत चिंतामन तैं भी उतर सपारा। ਇਹ ਮਿਸਾਲਾਂ ਦੇ ਕੇ ਦੱਸਦੇ ਵੀ ਇਹਨਾਂ ਨੂੰ ਸਾਰੇ ਦੁੱਖਾਂ ਤੋਂ ਬਰੀ ਹੋਣਾ ਵਾਹਿਗੁਰੂ ਦੀ ਸ਼ਰਨ ਵਿੱਚ ਪ੍ਰਾਪਤ ਹੋਣ ਕਰਕੇ ਹੋਇਆ। ਪਹਿਲੇ ਪ੍ਰਮਾਣ ਗਣਕਾ ਦਾ ਦਿੰਦੇ ਹਨ। ਪਾਪਾਂ ਦਾ ਹਰ ਪੁਰਤਾ ਗਣਕਾ ਪਾਪਣ ਨੇ। ਪਾਪਾਂ ਦਾ ਹਰ ਪੁਰਤਾ ਗਣਕਾ ਪਾਪਣ ਨੇ। ਪਾਪਣ ਹੋਏ ਪਾਪਾਂ ਦਾ ਗਲਹਾਰ ਪਰੋਤਾ। ਇਸੀ ਸ਼ਹਿਰ ਦੇ ਵਿੱਚ ਜਿੱਥੇ ਹੋਰ ਬਹੁਤ ਕਿਸਮ ਦੇ ਮਹੱਲੇ ਹਨ, ਬਹੁਤ ਕਿਸਮ ਦੇ ਬਾਜ਼ਾਰ ਹਨ, ਇੱਕ ਮਹੱਲਾ ਇਹੋ ਜਿਹਾ ਵੀ ਹੈ ਜਿਸ ਨੂੰ ਲੋਕ ਧਰਮਪੁਰਾ ਕਰਕੇ ਸੱਦਦੇ ਹਨ। ਨਾ ਤਾਂ ਧਰਮਪੁਰਾ ਹੈ ਲੇਕਿਨ ਦਰਅਸਲ ਉੱਥੇ ਅਧਰਮ ਹੁੰਦਾ ਹੈ। ਸਵਯੰ ਉੱਥੇ ਇੱਕ ਗਣਕਾ ਬੇਸ਼ਵਾ ਇੱਕ ਉੱਚੇ ਮਕਾਨ ਵਿੱਚ ਰਹਿੰਦੀ। ਬਚਪਨ ਤੋਂ ਹੀ ਜਿਸ ਦਾ ਜਨਮ ਇਹੋ ਜਿਹੇ ਥਾਂ ਹੋਇਆ, ਉਹੋ ਜਿਹੀ ਸਿੱਖਿਆ, ਉਹੋ ਜਿਹੇ ਖਿਆਲਾਤ, ਉਹੋ ਜਿਹੀ ਸੁਭਾਅ ਬਣ ਜਾਂਦਾ ਇਨਸਾਨ ਦਾ। ਸੋ ਉਸਨੇ ਆਪਣੀ ਜ਼ਿੰਦਗੀ ਦੇ ਜਦ ਤੋਂ ਹੋਸ਼ ਸੰਭਲੇ ਸਿਵਾਏ ਗੁਨਾਹਾਂ ਤੇ ਕੁਛ ਕੀਤਾ ਹੀ ਨਹੀਂ। ਦੁਨੀਆ ਤੇ ਦੋ ਕਿਸਮ ਦੇ ਕਰਮ ਮੰਨੇ ਹਨ, ਚੰਗੇ ਔਰ ਮਾੜੇ, ਪਾਪ ਕਰਮ ਔਰ ਪੁੰਨ ਕਰਮ। ਪਾਪ ਕਰਮਾਂ ਦਾ ਫਲ ਦੁੱਖ ਹੈ, ਪੁੰਨ ਕਰਮਾਂ ਦਾ ਫਲ ਸੁੱਖ ਹੈ। ਭਾਵੇਂ ਕਰਮਾਂ ਦੀ ਫਿਲਾਸਫੀ ਜੇ ਪੂਰੀ ਵਿਚਾਰ ਕੀਤੀ ਜਾਵੇ, ਬੜੇ ਸਮੇਂ ਦੀ ਜ਼ਰੂਰਤ ਹੈ, ਬਹੁਤ ਗਹਿਰੀ ਹੈ। ਕਰਮ ਬਹੁਤ ਕਿਸਮ ਦੇ ਹਨ, ਲੇਕਿਨ ਆਮ ਮੋਟੇ ਅੱਖਰਾਂ ਵਿੱਚ ਪਾਪ ਤੇ ਪੁੰਨ ਦੋ ਕਿਸਮ ਦੇ ਕਰਮ ਮੰਨੇ ਹਨ। ਜਿਨ੍ਹਾਂ ਕਰਮਾਂ ਤੋਂ ਸ਼ਾਸਤਰ, ਗੁਰਬਾਣੀ, ਸਤਿਪੁਰਸ਼ ਰੋਕਦੇ ਹਨ, ਉਹਨਾਂ ਨੂੰ ਪਾਪ ਕਰਮ, ਗੁਨਾਹ ਕਰਮ ਕਿਹਾ ਜਾਂਦਾ। ਜਿਨ੍ਹਾਂ ਨੂੰ ਕਰਨ ਦੀ ਤਾਕੀਦ ਕਰਦੇ ਹਨ, ਉਹ ਪੁੰਨ ਕਰਮ ਕਹੇ ਜਾਂਦੇ ਹਨ। ਕਿਉਂਕਿ ਗੁਰਬਾਣੀ, ਸ਼ਾਸਤਰ, ਸਤਿਪੁਰਸ਼ ਜੀਵਾਂ ਨੂੰ ਸੁੱਖਾਂ ਵੱਲ ਪ੍ਰੇਰਦੇ ਹਨ। ਜਿਵੇਂ ਵਾਲਦੈਨ ਆਪਣੇ ਬੱਚਿਆਂ ਨੂੰ ਹਮੇਸ਼ਾ ਅੱਛੀ ਸਿੱਖਿਆ ਦੇਣ ਦੀ ਕੋਸ਼ਿਸ਼ ਕਰਿਆ ਕਰਦੇ ਹਨ, ਇਸੀ ਤਰ੍ਹਾਂ ਹੀ ਗੁਰਬਾਣੀ ਮਾਤਾ ਦੀ ਨਿਆਈ ਹੈ, ਸ਼ਾਸਤਰ ਮਾਤਾ ਦੀ ਨਿਆਈ। ਸਿੱਖ ਰੂਪੀ ਬੱਚਿਆਂ ਨੂੰ ਸ਼ੁਭ ਕਰਮਾਂ ਵੱਲ ਪ੍ਰੇਰਦੇ ਹਨ, ਬੁਰੇ ਕਰਮਾਂ ਤੋਂ ਰੋਕਦੇ ਹਨ। ਗੁਨਾਹ ਪਾਪ ਕਰਮ ਹੈ ਤਾਂ ਬੁਰਾ, ਪਰ ਸੁਭਾਅ ਹੋਣ ਕਰਕੇ, ਕਈ ਜਨਮਾਂ ਦੇ ਸੁਸਾਇਟੀ ਇਹੋ ਜਿਹੀ ਹੋਣ ਕਰਕੇ, ਲਿਟਰੇਚਰ ਇਹੋ ਜਿਹਾ ਹੋਣ ਕਰਕੇ ਇਨਸਾਨ ਦੀ ਇਹੋ ਜਿਹੇ ਕਰਮਾਂ ਵਿੱਚ ਪ੍ਰਵਿਰਤੀ ਹੋ ਜਾਇਆ ਕਰਦੀ ਹੈ। ਇਉਂ ਦੱਸਦੇ ਹਨ, ਹੈ ਤਾਂ ਪਾਪ ਬੁਰਾ ਪਰ ਪਾਪੀ ਕੋ ਪਿਆਰਾ ਹੈ। ਪਾਪ ਹੈ ਤਾਂ ਬੁਰਾ, ਇਹਦਾ ਫਲ ਦੁੱਖ ਹੈ, ਪਰ ਪਾਪੀ ਨੂੰ ਸੁਭਾਅ ਹੋਣ ਕਰਕੇ, ਆਦਤ ਬਣੀ ਹੋਣ ਕਰਕੇ ਉਹ ਪਿਆਰਾ ਲੱਗਦਾ, ਚੰਗਾ ਲੱਗਦਾ। ਇਸ ਕਰਕੇ ਉਸਨੂੰ ਛੱਡਣ ਵਿੱਚ ਵੀ ਦਿੱਕਤ ਪੇਸ਼ ਆਉਂਦੀ ਹੈ। ਨਹੀਂ ਛੇਤੀ ਨਾ ਛੱਡ ਦੇਵੇ, ਕਦੇ ਦਿੱਕਤ ਪੇਸ਼ ਆਉਂਦੀ ਹੈ। ਸੁਭਾਅ ਬਣਿਆ ਹੋਇਆ, ਸੁਭਾਅ ਨੂੰ ਬਦਲਣਾ ਗੱਲ ਹੋਰ ਦਰਅਸਲ ਕੁਛ ਵੀ ਨਹੀਂ ਹੈ।
स्वयं पाप बुरी चीज़ है। इस पाप तो रोकिया है इन्हां कर्मां तो, यानी जिन्हां दा फल दुख है। गुरबाणी बार बार आवाज़ां दे के इस जीव नूं इਉਂ रोकदी है। आन कायरा तड़िया वाट दुहेली राम, पाप कमाउंदिਆਂ ਤੇਰਾ ਕੋਈ ਨਾ ਬੇਲੀ ਰਾਮ। कोई न बेली होवे तेरा सदा पछोताव है, गुण गोपाल न जपे रसना फिर कदों से दे आवहें। तरबर बिछुने न पात जुड़ते जम मग गौण अकेली, बिनवंत नानक बिन नाम हर के सदा फिरत दुहेली। न्यू दस्या पापी पाप कमाउंदे करदे हाय हाय, नानक जी मथन मधाणी आ ती मथे धर्म। कि मधाणी दुੱਧ ਰਿੜਕਦੀ ਹੈ, ਇਉਂ ਧਰਮ ਰਾਜਾ ਪਾਪੀਆਂ ਨੂੰ ਰਿੜਕੇਗਾ, ਸਜ਼ਾਵਾਂ ਦੇਵੇਗੀ। ਤੇ ਆਦ ਇਹਨਾਂ ਦੁੱਖਾਂ ਤੋਂ ਬਚਾਉਣ ਵਾਸਤੇ ਥਾਂ ਥਾਂ ਗੁਰਬਾਣੀ ਗੁਰੂ ਰੂਪ ਹੈ, ਯਾਨੀ ਗੁਰੂ ਸਾਨੂੰ ਮਨਾ ਕਰਦਾ, ਰੋਕਦਾ ਹੈ। ਜਿਵੇਂ ਕਈ ਨੁਕਸਾਨਦੇਹ ਕੰਮਾਂ ਤੋਂ ਲੈ ਕੇ ਪਿਤਾ ਆਪਣੇ ਬੱਚਿਆਂ ਨੂੰ ਰੋਕਿਆ ਕਰਦਾ ਹੈ। ਡਰ ਰੇ ਡਰ ਰੇ ਡਰ ਰੇ ਪਾਪਾਂ ਦੇ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਦੇ ਡਰ। ਨਰ ਅਚੇਤ ਪਾਪ ਤੇ ਡਰਦੇ। ਦੋ ਕਿਸਮ ਦੇ ਪਾਪ ਹਨ, ਇੱਕ ਜਾਣ ਕੇ ਕਰਨੇ, ਇੱਕ ਅਚਨਚੇਤ ਹੋ ਜਾਣੇ। ਅਚਨਚੇਤ ਕਿਵੇਂ? ਪੈਰਾਂ ਹੇਠਾਂ ਕੀੜੇ ਕਰਕਟ ਆ ਕੇ ਮਰ ਜਾਣੇ, ਇਹੋ ਜਿਹੇ ਇਹਨੂੰ ਅਚੇਤ ਪਾਪ ਕਿਹਾ ਜਾਂਦਾ ਹੈ। ਸੋ ਗੁਰਬਾਣੀ ਤਾਂ ਕਹਿੰਦੀ ਅਚੇਤ ਪਾਪ ਤੇ ਵੀ ਡਰਨਾ ਚਾਹੀਦਾ, ਜਾਣ ਕੇ ਤਾਂ ਕੀ ਕਰਨੇ। ਨਰ ਅਚੇਤ ਪਾਪ ਤੇ ਡਰਦੇ। ਦੀਨਾਨਾਥ ਅਨਾਥ ਕਰਨਾ ਮੈਂ, ਸ਼ਰਨ ਤਾਹੇ ਤੁਮ ਪਰਦੇ। ਵਾਹਿਗੁਰੂ ਅੰਤਰਯਾਮੀ ਦੀ ਸ਼ਰਨ ਗਿਰ, ਉਸਦਾ ਭਜਨ ਕਰ, ਇਉਂ ਤੇਰਾ ਭਲਾ ਹੋਏਗਾ। ਇਉਂ ਰੋਕਿਆ ਗਿਆ ਹੈ, ਗੁਰਬਾਣੀ ਰੋਕਦੀ ਹੈ। ਬਾਕੀ ਦੂਸਰੇ ਸ਼ੁਭ ਕਰਮਾਂ ਵੱਲ, ਨਾਮ ਦਾਨ ਇਸ਼ਨਾਨ ਵੱਲ ਪ੍ਰੇਰਦੀ ਹੈ ਵੀ ਇਹ ਕਰੋ, ਕਿਉਂਕਿ ਉਹਨਾਂ ਦਾ ਫਲ ਸੁੱਖ ਹੈ, ਅਵਿਨਾਸ਼ੀ ਸੁੱਖ ਹੈ। ਆਓ ਇਉਂ ਪਾਪ ਇਨਸਾਨ ਕਿਉਂ ਕਰਦਾ ਹੈ? ਇਹ ਜਾਣਦਾ ਬੁੱਝਦਾ ਹੋਇਆ ਵੀ ਇਹ ਬੁਰਾ ਹੈ, ਫਿਰ ਵੀ ਉਹ ਕਰਦਾ ਹੈ, ਉਹ ਸੁਭਾਅ ਦੇ ਅਧੀਨ ਹੋਇਆ ਕਰਦਾ। ਜਨਮਾਂ ਜਨਮਾਤਰਾਂ ਦੇ ਸੁਭਾਵ, ਜਨਮਾਂ ਜਨਮਾਤਰਾਂ ਦੇ ਨੇਚੇ, ਜਨਮਾਂ ਜਨਮਾਤਰਾਂ ਦੀਆਂ ਬੁਰੀਆਂ ਆਦਤਾਂ, ਬੁਰਾ ਲਿਟਰੇਚਰ, ਬੁਰੀ ਸੁਸਾਇਟੀ, ਇਹਨਾਂ ਗੱਲਾਂ ਦਾ ਫਲ ਪਾਪ ਜਾਂ ਗੁਨਾਹ ਹੋਇਆ ਕਰਦਾ ਹੈ। ਸੋ ਇਸ ਕਰਕੇ ਇਹਨਾਂ ਦੇ ਅਧੀਨ ਹੋ ਕੇ ਇਨਸਾਨ ਬਾਰ ਬਾਰ ਪਾਪਾਂ ਵਿੱਚ ਪ੍ਰਵਿਰਤ ਹੁੰਦਾ ਹੈ। ਕਈ ਲੋਕ ਪਛਤਾਤਾਪ ਵੀ ਕਰਦੇ ਹਨ, ਲੇਕਿਨ ਪਾਪਾਂ ਦੇ ਵਿੱਚ ਪ੍ਰਵਿਰਤ ਹੋਣ ਦਾ ਕਾਰਨ ਇਹ ਕੁਛ ਹੈ। ਇਉਂ ਗਨਕਾ, ਕਿਉਂਕਿ ਉਸ ਦਾ ਜਨਮ ਇਹੋ ਜਿਹੇ ਥਾਂ ਹੋਇਆ, ਬਚਪਨ ਤੋਂ ਇਹੋ ਜਿਹੇ ਹੀ ਉਸਨੂੰ ਸਿੱਖਿਆ, ਇਹੋ ਜਿਹੇ ਖਿਆਲਾਤ, ਇਹੋ ਜਿਹੀ ਸੁਸਾਇਟੀ। ਸੋ ਉਸਨੇ ਸਾਰੀ ਜ਼ਿੰਦਗੀ ਹੁਣ ਤੱਕ ਜਿਤਨੀ ਬਤੀਤ ਕੀਤੀ, ਗੁਨਾਹਾਂ ਵਿੱਚ ਹੀ ਬਤੀਤ ਕੀਤੀ। ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ। ਥੋੜ੍ਹੇ ਜਿਹੇ ਪਾਪ ਨਹੀਂ ਕੀਤੇ, ਪਾਪਾਂ ਦਾ ਮਾਨੋ ਗਲ ਹਾਰੇ ਪਰੋਲੇ, ਬਹੁਤ ਹੀ ਪਾਪ ਕੀਤੇ, ਮਤਲਬ ਇਹ ਹੈ। ਉਸਦੇ ਚਿੱਤ ਵਿੱਚ ਇਹ ਜੇ ਥਾਂ ਉਸਦਾ ਜਨਮ, ਇਹ ਜੇ ਥਾਂ ਉਸਦਾ ਵਾਸਾ, ਬੇਅੰਤ ਉਸ ਦੀ ਪ੍ਰਵਿਰਤੀ ਬੁਰੇ ਗੁਨਾਹਾਂ ਪਾਪਾਂ ਵਿੱਚ ਹੋਣ ਕਰਕੇ ਫਿਰ ਵੀ
ਉਸਦੇ ਚਿੱਤ ਵਿੱਚ ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰਿਆ ਕਰਦੇ ਸਨ। ਮਾਨੁਖ ਸਰੀਰ 184 ਜੂਨ ਵਿੱਚੋਂ ਉੱਤਮ ਦੇਹੀ, ਬਾਦਸ਼ਾਹ ਦੇਹੀ, ਸਭ ਦੁਨੀਆਂ ਦੀ ਸਰਦਾਰ ਦੇਹੀ, ਜੋ ਕਿ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ। ਦਰਅਸਲ ਇਸ ਦਾ ਮੁੱਦਾ ਹੀ, ਉਦੇਸ਼ ਹੀ ਵਾਹਿਗੁਰੂ ਦੀ ਭਗਤੀ ਕਰਕੇ ਉਸ ਨੂੰ ਮਿਲਣਾ ਹੈ। ਇਸ ਮਾਨੁਖ ਸਰੀਰ ਨੂੰ ਪਾ ਕੇ ਇਸ ਨੂੰ ਭਗਤੀ ਤੋਂ ਉਲਟ ਗੁਨਾਹਾਂ ਵਿੱਚ ਬਰਬਾਦ ਕਰ ਦੇਣਾ ਕੀ ਦਾਨਾਈ ਹੈ। ਆਪਣੇ ਆਪ ਨਾਲ ਬੇਇਨਸਾਫੀ ਹੈ। ਆਪਣਾ ਬੁਰਾ ਆਪ ਕਰਨਾ ਹੈ, ਆਪਣਾ ਗਲਾ ਆਪ ਘੁੱਟਣਾ ਹੈ। ਇਤਿਆਦ ਇਹੋ ਜਿਹੇ ਖਿਆਲਾਤ ਉਹਦੇ ਦਿਲ ਵਿੱਚ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿਆ ਕਰਦੇ ਸਨ। ਪਰ ਹਾਲਤ ਕਿਹੋ ਜਿਹੀ ਸੀ? ਲੰਗੜੇ ਗਧੇ ਵਰਗੀ। ਲੰਗੜਾ ਗਧਾ ਜਿੱਲਣ ਵਿੱਚ ਫਸਿਆ, ਕੋਸ਼ਿਸ਼ ਕਰਦਾ ਨਿਕਲਣ ਦੀ, ਟੰਗਾ ਮਾਰਦਾ। ਜਿੱਲਣ ਦਾ ਸੁਭਾਅ ਹੈ ਜਿਹੜਾ ਉਹਦੇ ਵਿੱਚ ਫਸ ਜਾਏ, ਅਤੇ ਜਿੱਲਣ ਜਿਉਂ ਨਿਕਲਣ ਦੀ ਕੋਸ਼ਿਸ਼ ਕਰਦਾ ਹੋਰ ਤਸੀਂ ਜਾਂਦਾ ਹੁੰਦਾ ਹੈ। ਜਿੰਨੀ ਦੇਰ ਤੱਕ ਦੂਸਰਾ ਕੋਈ ਫੜ ਕੇ ਕੱਢ ਨਾ ਲਵੇ, ਇਹ ਉਹਦਾ ਸੁਭਾਅ ਹੁੰਦਾ ਜਿੱਲਣ ਦਾ। ਸੋ ਜਿਉਂ ਲੰਗੜਾ ਗਧਾ ਟੰਗਾ ਮਾਰਦਾ ਹੋਰ ਤਸੀਂ ਜਾਂਦਾ ਹੈ। ਸੋ ਖਿਆਲ ਤਾਂ ਇਹਦੇ ਚਿੱਤ ਵਿੱਚ ਇਹੋ ਜਿਹੇ ਆਉਂਦੇ ਹਨ, ਖਿਆਲ ਆ ਕੇ ਚਿੱਤ ਨੂੰ ਬੜਾ ਬੇਬਲ ਕਰ ਦਿੰਦੇ ਹਨ। ਪਰ ਉਹ ਲੰਗੜੇ ਗਧੇ ਵਾਲੀ ਹਾਲਤ ਹੈ। ਜਿੰਨੀ ਦੇਰ ਤੱਕ ਮਦਦ ਨਹੀਂ ਮਿਲਦੀ ਉਨੀ ਦੇਰ ਤੱਕ ਇਸ ਜਿੱਲਣ ਵਿੱਚੋਂ ਨਿਕਲਣਾ ਬੜਾ ਹੀ ਮੁਹਾਲ। ਇਹ ਕਿਉਂ? ਇਹੋ ਜਿਹੇ ਥਾਂ ਜਨਮ, ਇਹੋ ਜਿਹੇ ਕੰਮਾਂ ਵਿੱਚ ਪ੍ਰਵਿਰਤੀ, ਇਹੋ ਜਿਹੇ ਖਿਆਲਾਤ ਫਿਰ ਕਿਉਂ ਉੱਠਦੇ ਸਨ? ਸਾਧ ਸੰਗਤ, ਇਹ ਕੋਈ ਪਿਛਲੇ ਜਨਮ ਦਾ ਹਿਰਦੇ ਦੇ ਵਿੱਚ ਭਗਤੀ ਦਾ ਅੰਕਰ ਪਿਆ ਹੈ, ਜਿਹੜਾ ਇਸ ਨੂੰ ਉੱਚੇ ਪਾਸੇ ਨੂੰ ਪ੍ਰੇਰਦਾ। ਜਿਤਨੇ ਸਰੀਰ ਹਨ, ਇਹ ਮਾਨੋ ਪਿਛਲੇ ਕਰਮਾਂ ਨੇ ਸ਼ਕਲਾਂ ਧਾਰੀਆਂ ਹੁੰਦੀਆਂ ਹਨ, ਪਿਛਲੇ ਕਰਮਾਂ ਦਾ ਰਚਿਤ ਹੋਇਆ ਕਰਦੇ ਹਨ। ਉਹ ਪਿਛਲੇ ਕਰਮਾਂ ਦੇ ਸ਼ੁਭ ਅਸ਼ੁਭ ਬੀਜ ਜਿਹੜੇ ਹਨ, ਹਿਰਦੇ ਰੂਪੀ ਧਰਤੀ ਵਿੱਚ ਪਏ ਹੁੰਦੇ ਹਨ। ਜਿਹੇ ਜਿਹੇ ਬੀਜ ਹੁੰਦੇ ਨੇ ਉਸ ਪਾਸੇ ਨੂੰ ਪ੍ਰੇਰਦੇ ਹਨ। ਬੀਜ ਜ਼ਮੀਨ ਵਿੱਚ ਪਿਆ ਹੋਵੇ, ਜ਼ਮੀਨ ਨੂੰ ਫਾੜ ਕੇ ਉੱਗਣ ਦੀ ਕੋਸ਼ਿਸ਼ ਕਰਦਾ ਹੈ। ਬੀਜ ਦਾ ਸੁਭਾਵ ਹੈ। ਕਿਸੇ ਥਾਂ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੋਵੇ, ਉਹ ਵੀ ਉੱਗੇਗਾ, ਪਰ ਉੱਗੇਗਾ ਉਦੋਂ ਜਿਸ ਵਕਤ ਉਸ ਨੂੰ ਪਾਣੀ ਆ ਜਾਏਗਾ ਜਾਂ ਬਾਰਿਸ਼ ਵਰ ਜਾਏਗੀ। ਉਤਨੀ ਦੇਰ ਤੱਕ ਪਿਆ ਰਹੇਗਾ ਜ਼ਮੀਨ ਦੇ ਵਿੱਚ। ਇਸੀ ਤਰ੍ਹਾਂ ਹੀ ਹਿਰਦਾ ਰੂਪੀ ਜ਼ਮੀਨ ਹੈ, ਇਸ ਦੇ ਵਿੱਚ ਪਿਛਲੇ ਜਨਮਾਂ ਦਾ ਪ੍ਰਤੀਤ ਹੁੰਦਾ, ਗਨਕਾ ਦਾ ਭਗਤੀ ਦਾ ਅੰਕੁਰ ਪਿਆ ਹੋਇਆ ਹੈ, ਬੀਜ ਪਿਆ ਹੋਇਆ ਹੈ, ਜਿਹੜਾ ਉੱਗਣ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਕੋਸ਼ਿਸ਼ ਕਰਦਾ ਉੱਗਣ ਦੀ, ਇਸ ਪਾਸੇ ਲੱਗਣ ਦੀ, ਪਰ ਵਸ ਨਹੀਂ, ਅਜੇ ਮਦਦ ਦੀ ਲੋੜ ਹੈ। ਇਸੀ ਤਰ੍ਹਾਂ ਬਹੁਤ ਸਾਰਿਆਂ ਨਾਲ ਬੀਤਦੀ ਹੈ। ਸਦਨੇ ਦਾ ਨਾਂ ਕਈ ਦਫਾ ਸੁਣਿਆ ਹੋਣੇ, ਸਦਨਾ ਕਸਾਈ ਕਰਕੇ ਹੋਇਆ। ਜਨਮ ਕਸਾਈਆਂ ਦੇ ਘਰ, ਬੱਕਰੇ ਵੱਢਣੇ, ਸੋ ਮਾंस ਵੇਚਣਾ। ਸਦਨਾ ਨਾਮ ਕਰਕੇ ਇੱਕ ਲੜਕਾ ਕਸਾਈਆਂ ਦੇ ਘਰ ਬਚਪਨ ਤੋਂ ਹੀ ਇਹ ਕਾਇਦਾ ਹੁੰਦਾ ਹੈ। ਜਿਹੇ ਜਿਹੇ ਘਰ ਦੇ ਕਾਰੋਬਾਰ ਹੁਣ ਬੱਚੇ ਵੀ ਥੋੜ੍ਹਾ ਥੋੜ੍ਹਾ ਜਿਹਾ ਕੰਮ ਕਰਨ ਲੱਗ ਪੈਂਦੇ ਹੈ। ਜ਼ਿਮੀਂਦਾਰਾਂ ਦੇ ਬੱਚੇ ਮਾੜਾ ਮੋਟਾ ਖੇਤੀਪਤੀ ਦਾ ਕੰਮ ਕਰਨ ਲੱਗ ਪੈਂਦੇ ਛੋਟੇ ਹੁੰਦੇ। ਸੋ ਤਰਖਾਣਾਂ ਦੇ ਲੱਕੜ ਦਾ, ਲੋਹਾਰਾਂ ਦੇ ਲੋਹੇ ਦਾ, ਇਹੋ ਜਿਹਾ ਦਰਜੀਆਂ ਦੇ ਕੱਪੜੇ ਸਿਉਣ ਸਾਣ ਦਾ, ਜਿਹਾ ਜਿਹਾ ਕਿਸੇ ਦੇ ਘਰ ਦਾ ਜਨਮ ਹੈ, ਥੋੜ੍ਹਾ ਬਹੁਤ ਬਚਪਨ ਤੋਂ ਹੀ ਲੱਗ ਪੈਂਦੇ, ਉੱਥੇ ਸੰਸਕਾਰ ਬਣੇ ਹੁੰਦੇ ਆ। ਇਸੀ ਤਰ੍ਹਾਂ ਇਹ ਸਦਨੇ ਨੂੰ ਵੀ ਉਸਦੇ ਪਿਤਾ ਨੇ ਦੁਕਾਨ 'ਤੇ ਬਿਠਾਉਣਾ ਸ਼ੁਰੂ ਕਰ ਦਿੱਤਾ। ਕਿਤੇ ਕਿਤਾ ਹੀ ਇਹ ਸਦਨਿਆਂ ਬੈਠ, ਮੈਂ ਕੰਮ ਜਾਣਾ ਹੈ, ਮਾंस ਵੇਚੀ। ਪਹਿਲੇ ਤਾਂ ਇਉਂ ਕਰਦਾ ਰਿਹਾ, ਪਰ ਉਸਦੇ ਚਿੱਤ ਵਿੱਚ ਨਫ਼ਰਤ, ਉਹ ਚਾਹੁੰਦਾ ਨਹੀਂ ਸੀ, ਇਸ ਨੂੰ ਪਸੰਦ ਨਹੀਂ ਸੀ ਕਰਦਾ। ਸੋ ਇਸੀ ਤਰ੍ਹਾਂ ਥੋੜ੍ਹਾ ਜਿਹਾ ਵੱਡਾ ਹੋਇਆ, ਉਹਨੂੰ ਹੁਣ ਬੱਕਰਿਆਂ ਦੇ ਗਲ ਵੱਢਣੇ ਪੈ ਗਏ। ਉਹਦਾ ਪਿਤਾ ਵੀ ਕਹਿਣ ਲੱਗਾ ਵੀ ਇਹ ਵੀ ਕੰਮ ਕਰਿਆ ਕਰ, ਪਰ ਕਰਨਾ ਪਿਆ, ਹੁਕਮਨ ਕਰਨਾ ਪਿਆ। ਚਿੱਤ ਨਹੀਂ ਸੀ ਚਾਹੁੰਦਾ, ਚਿੱਤ ਵਿੱਚ ਉਸਦੇ ਇਸ ਕੰਮ ਤੋਂ ਨਫ਼ਰਤ ਸੀ। ਵਾਹਿਗੁਰੂ ਦੀ ਭਗਤੀ ਦਾ ਅੰਕੁਰ ਪਿਆ ਪ੍ਰਤੀਤ ਹੁੰਦਾ ਸੀ, ਬਲਕਿ ਇੱਥੇ ਤੱਕ ਉਹਦੇ ਹਿਰਦੇ ਵਿੱਚ ਵਾਹਿਗੁਰੂ ਦੀ ਭਗਤੀ ਦਾ ਅੰਕੁਰ ਸੀ। ਜੇ ਕਿਤੇ ਪਰਮੇਸ਼ਰ ਦੇ ਨਾਮ ਦੀ ਧੁਨੀ ਉਸਦੇ ਕੰਨ ਵਿੱਚ ਪੈ ਜਾਂਦੀ, ਉਹ ਵਜਦ ਵਿੱਚ, ਮਸਤੀ ਵਿੱਚ ਆ ਜਾਇਆ ਕਰਦਾ ਸੀ, ਨੱਚ ਉੱਠਦਾ ਸੀ, ਉਸਦੇ ਵੱਸ ਨਹੀਂ ਸੀ ਰਹਿੰਦਾ। ਇਹੋ ਜਿਹੀ ਹਾਲਤ ਹੋ ਜਾਂਦੀ ਸੀ। ਇੱਕ ਦਫਾ ਦਾ ਜ਼ਿਕਰ, ਸਿਰ 'ਤੇ ਮਾंस ਦਾ ਟੋਕਰਾ ਹੈ, ਲਈ ਜਾ ਰਿਹਾ ਹੈ ਸਦਨਾ, ਦੂਰੋਂ ਫਸਲਾਂ ਦੇ ਉੱਪਰ ਦੀ ਇੱਕ ਪ੍ਰਭੂ ਦੇ ਭਜਨ ਦੀ
ਆਵਾਜ਼ ਲਹਿਰਾਉਂਦੀ ਹੋਈ ਉਸਦੇ ਕੰਨ ਵਿੱਚ ਇਉਂ ਪੈਂਦੀ ਹੈ। ਸਿਮਰਨ ਭਜਨ ਦਿਆ ਨਹੀਂ ਕੀਨੀ, ਤਾਂ ਮੁਖ ਚੋਟਾਂ ਖਾਵੇਂਗਾ। ਸਿਮਰਨ ਭਜਨ ਦਿਆ ਨਹੀਂ ਕੀਨੀ, ਤਾਂ ਮੁਖ ਚੋਟਾਂ ਖਾਵੇਂਗਾ। ਸਿਮਰਨ ਭਜਨ ਦਿਆ ਨਹੀਂ ਕੀਨੀ, ਤਾਂ ਮੁਖ ਚੋਟਾਂ ਖਾਵੇਂ। ਸਿਮਰਨ ਭਜਨ ਦਿਆ ਨਹੀਂ, ਤਾਂ ਮੁਖ ਚੋਟਾਂ ਖਾਵੇਂਗਾ। ਸਿਮਰਨ ਭਜਨ ਦਿਆ ਨਹੀਂ ਕੀਨੀ, ਤਾਂ ਮੁਖ ਚੋਟਾਂ ਖਾਵੇਂ। ਸਿਮਰਨ ਭਜਨ ਦਿਆ ਨਹੀਂ, ਤਾਂ ਮੁਖ ਚੋਟਾਂ ਖਾਵੇਂਗਾ। राम सिमर पछताएगा मन, पापी जेरा लोभ करता है आज काल उठ जाएगा। लालच लग के जन्म गवाया, माया भरम भुलाएगा। तन जोबन का गर्भ न कीजिए, कागज यूं गल जाएगा। जो जम आए केश गए पटके, तां दिन कछ न बसाएगा। सिमरन भजन दया नहीं कीनी, ਤਾਂ ਮੁਖ ਚੋਟਾਂ ਖਾਏਂਗੇ। ਸਿਮਰਨ ਪਰਮੇਸ਼ਰ ਦੇ ਨਾਮਾਂ ਦਾ ਚਿੰਤਨ ਕਰਨਾ, ਇਸ ਨੂੰ ਸਿਮਰਨ ਕਰਨਾ ਕਹਿੰਦੇ ਹਨ। ਵੈਖੜੀ ਬਾਣੀ ਦੁਆਰਾ ਜ਼ੁਬਾਨ ਹਿਲਾ ਕੇ ਸਿਮਰਨ ਕੀਤਾ ਜਾਂਦਾ। ਸਿਮਰਨ ਵੈਸੇ ਯਾਦ ਦਾ ਨਾਂ ਹੈ। ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਕਿਵੇਂ ਕਿਸੇ ਤਰੀਕੇ, ਕਿਸੇ ਯੁਕਤੀ ਦੁਆਰਾ ਯਾਦ ਕਰਨਾ, ਉਹਨੂੰ ਸਿਮਰਨ ਕਰਨਾ ਕਹਿੰਦੇ ਹਨ। ਸਿਮਰਨ ਜ਼ੁਬਾਨ ਹਿਲਾ ਕੇ ਮਾਲਾ ਦੁਆਰਾ ਵੀ ਕੀਤਾ ਜਾਂਦਾ ਹੈ। ਫਿਰ ਜ਼ੁਬਾਨ ਤੋਂ ਪਰੇ ਜਿਨ ਬਿਨ ਰਸਨਾ ਜੋ ਜਪੇ ਹਿਆਉ, ਕੋਈ ਜਾਣੇ ਕੈਸਾ ਨਾ। ਬਿਨ ਰਸਨਾ ਉਸਤਤ ਕਰਾਈ, ਜੀਵਨ ਹਿੱਲੇ ਬੁੱਲ ਨਾ ਫਰਕੇ, ਪਾਕ ਨਵਾਜ਼ੀ ਸੋਈ। ਅਜੱਪਾ ਜਾਪਨਾ ਵਿਸਰੈ, ਆਦ ਜੁਗਾਦ ਸਮਾਏ। ਯਾਨੀ ਜਿੱਥੇ ਜ਼ੁਬਾਨ ਨਾ ਹਿੱਲੇ, ਖਿਆਲ ਹੀ ਕੰਮ ਕਰੇ। ਪਹਿਲੇ ਵੈਖਰੀ ਬਾਣੀ ਕਹਿਲਾਉਂਦੀ ਹੈ, ਉਸ ਤੋਂ 10 ਗੁਣਾ ਫਲ ਮੱਧਮਾ ਬਾਣੀ ਵਿੱਚ ਹੋ ਜਾਂਦਾ। ਕੰਠ ਵਿੱਚ ਜ਼ੁਬਾਨ ਨਹੀਂ ਹਿਲਦੀ, ਬੁੱਲ ਨਹੀਂ ਹਿਲਦੇ, ਖਿਆਲ ਹੀ ਕੰਮ ਕਰਦਾ। ਖਿਆਲ ਨਾਲ ਸਿਮਰਨ ਕੀਤਾ ਜਾਂਦਾ ਹੈ। ਉਸ ਤੋਂ 10 ਗੁਣਾ ਫਲ ਹੋ ਜਾਂਦਾ ਹਿਰਦੇ ਸਥਾਨ ਵਿੱਚ, ਜਿਹਨੂੰ ਪਸੰਤੀ ਬਾਣੀ ਕਹਿੰਦੇ ਨੇ। ਉਸ ਤੋਂ 10 ਗੁਣਾ ਫਲ ਪਰਾ ਬਾਣੀ ਵਿੱਚ ਹੋ ਜਾਂਦਾ ਹੈ, ਨਾਭੀ ਵਿੱਚ ਜਾ ਕੇ। ਯਾਨੀ ਜ਼ੁਬਾਨ ਨਾਲ ਵੈਖੜੀ ਬਾਣੀ ਨਾਲੋਂ ਪਰਾ ਬਾਣੀ ਵਿੱਚ ਜਾ ਕੇ 1000 ਗੁਣਾ ਫਲ ਹੋ ਜਾਂਦਾ ਹੈ। ਜ਼ੁਬਾਨ ਨਾਲ 1000 ਦਫਾ ਕਿਹਾ ਜਾਵੇ ਪਰਮੇਸ਼ਰ ਦਾ ਨਾਮ,
ਉੱਥੇ ਜਾ ਕੇ ਇੱਕ ਦਫਾ ਕਿਹਾ ਜਾਵੇ, ਇੱਕੋ ਜਿਹੀ ਫਲ ਹੈ। ਸੰਯੋਗ ਕਰਕੇ, ਕਿਉਂਕਿ ਉੱਥੇ ਇਕਾਗਰਤਾ ਬਹੁਤੀ ਹੈ। ਇੱਥੇ ਤੱਕ ਬਾਣੀਆਂ ਖਤਮ ਹਨ, ਉਸ ਤੋਂ ਅੱਗੇ ਅਨੰਤ ਸ਼ਬਦ ਦੀ ਵਾਰੀ ਆਉਂਦੀ ਹੈ। ਦੋਨਾਂ ਅੱਖਾਂ ਦੇ ਮੱਧ ਤੇ ਨੱਕ ਦੀ ਜੜ ਹੈ, ਜਿੱਥੇ ਉੱਥੇ ਬਿਰਤੀ ਰੋਕੀ ਜਾਂਦੀ ਹੈ। ਉਸ ਤੋਂ ਅੱਗੇ ਤ੍ਰਿਕੁਟੀ ਸਥਾਨ ਵਿੱਚ ਬਿਰਤੀ ਰੋਕ ਕੇ ਵੀ ਸਿਮਰਨ ਹੁੰਦਾ ਹੈ। ਦਸਵੇਂ ਦੁਆਰ ਵਿੱਚ ਬਿਰਤੀ ਰੋਕ ਕੇ ਵੀ ਸਿਮਰਨ ਹੁੰਦਾ, ਯਾਨੀ ਸਿਮਰਨ ਦੇ ਇਹ ਬੇਅੰਤ ਤਰੀਕੇ ਹਨ। ਇੱਥੇ ਫਰਮਾਉਂਦੇ ਹਨ, ਸਿਮਰਨ ਨਾ ਤਾਂ ਸਿਮਰਨ ਕੀਤਾ ਪਰਮੇਸ਼ਰ ਦੇ ਨਾਮ ਦਾ, ਨਾ ਭਜਨ ਕੀਤਾ। ਭਜਨ ਕਹਿੰਦੇ ਨੇ ਕੀਰਤਨ ਨੂੰ, ਭਜਨ ਗਾਉਣੇ। ਭਜਨ ਤੁਮਰੇ ਭਜਨ ਕਟੇ ਜਮ ਫਾਸਾ। ਭਗਤ ਰਵਿਦਾਸ ਜੀ ਕਹਿੰਦੇ ਨੇ, ਪ੍ਰਭੂ ਤੇਰੇ ਜਿਹੜੇ ਭਜਨ ਗਾਉਣੇ ਹਨ, ਤੇਰਾ ਕੀਰਤਨ ਕਰਨਾ ਹੈ, ਜਮਾਂ ਦੇ ਫਾਹੇ ਕੱਟਦੇ ਹਨ। ਇਹਨੂੰ ਭਜਨ ਗਾਉਣੇ ਵੀ ਕਿਹਾ ਜਾਂਦਾ ਹੈ, ਯਾਨੀ ਸਿਫਤ ਸ਼ਲਾਘਾ ਵੀ ਕਹੀ ਜਾਂਦੀ ਹੈ। ਕੀਰਤਨ ਕਰਨਾ ਅਸੀਂ ਕਹਿੰਦੇ ਹਾਂ, ਇੱਕੋ ਹੀ ਗੱਲ ਹੈ। ਸਿਮਰਨ ਭਜਨ, ਨਾ ਤਾਂ ਸਿਮਰਨ ਕੀਤਾ ਪ੍ਰਭੂ ਦੇ ਨਾਮਾਂ ਦਾ, ਨਾ ਕੀਰਤਨ ਕੀਤਾ ਮਨ ਚਿੱਤ ਲਗਾ ਕੇ। ਔਰ ਦਇਆ, ਤੀਸਰੀ ਗੱਲ, ਦੁਖੀਆਂ ਪੁਰਸ਼ਾਂ ਤੇ ਦਇਆ ਨਹੀਂ ਕੀਤੀ। ਭੁੱਖੇ ਨੂੰ ਅੰਨ ਦਿੱਤਾ, ਲੋੜਵੰਦ ਨੂੰ ਬਸਤਰਾਤ। ਕਈ ਤਰੀਕੇ ਸਿਰ ਦੁਖੀਆਂ ਦੀ ਮਦਦ ਜਿਵੇਂ ਵੀ ਹੋ ਸਕਦੀ ਹੈ, ਵਾਹਿਗੁਰੂ ਨੇ ਤੈਨੂੰ ਤਾਕਤ ਦਿੱਤੀ ਹੈ, ਉਸ ਤਰੀਕੇ ਸਿਰ ਤੈ ਮਦਦ ਨਾ ਕੀਤੀ। ਨਾ ਸਿਮਰਨ ਕੀਤਾ, ਨਾ ਭਜਨ ਕੀਤਾ, ਨਾ ਦਇਆ ਕੀਤੀ। ਇਹਦਾ ਫਲ ਕੀ ਹੋਏਗਾ? ਮਾਨੁਖ ਸਰੀਰ ਨੂੰ ਬੁਰੇ ਕਰਮਾਂ ਵਿੱਚ, ਪਾਪਾਂ ਗੁਨਾਹਾਂ ਵਿੱਚ ਬਤੀਤ ਕਰਕੇ ਚਲਾ ਗਿਆ। ਮਾਨੇ ਹੱਥਾਂ ਵਿੱਚੋਂ ਲਾਲ ਗਵਾ ਗਿਆ। ਅੱਗੇ ਨਤੀਜਾ ਕੀ ਹੋਏਗਾ? ਤਾਂ ਮੁੱਖ ਚੋਟਾਂ ਖਾਏਗਾ, ਮੂੰਹ ਦੇ ਉੱਪਰ ਜਮਾਂ ਦੀਆਂ ਗੁਰਜਾਂ ਖਾਣੀਆਂ ਪੈਣਗੀਆਂ। ਹਾਂ, ਇਹ ਫਲ ਹੋਏਗਾ। ਇਹ ਆਵਾਜ਼, ਇਹੋ ਜਿਹੀ ਸੰਗੀਤ ਵਿੱਚ ਭਰੀ ਹੋਈ ਆਵਾਜ਼, ਜਿਸ ਦਾ ਭਾਵ ਇਹ ਕੁਛ ਹੈ, ਨਾ ਸਿਮਰਨ ਕੀਤਾ, ਨਾ ਭਜਨ ਕੀਤਾ ਪਰਮੇਸ਼ਰ ਦਾ, ਨਾ ਕੀਰਤਨ ਕੀਤਾ, ਭਜਨ ਗਾਇਨ ਕੀਤੇ, ਨਾ ਦੁਖੀਆਂ ਤੇ ਦਇਆ ਕੀਤੀ, ਤਾਂ ਨਤੀਜਾ ਇਹੀ ਹੋਵੇਗਾ, ਅੱਗੇ ਗਿਆ ਮੂੰਹ ਪਰ ਜਮਾਂ ਦੀਆਂ ਗੁਰਜਾਂ ਖਾਣੀਆਂ ਪੈਣਗੀਆਂ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਇੱਕ ਜੋ ਸਾਧੂ ਮੋਹ ਮਿਲਿਓ, ਤਿਨੇ ਲਿਓ ਅੰਚਲ ਲਾਏ। ਕਬੀਰ ਜੀ ਕਹਿੰਦੇ ਨੇ, ਜਮਾਂ ਦਾ ਠੇਂਗਾ ਹੰਟਰ ਹੁੰਦਾ ਇੱਕ ਜਮਾਂ ਦੇ ਪਾਸ, ਉਹਦੀ 4 ਉਂਗਲ ਦੀ ਹੱਥੀ ਹੁੰਦੀ ਹੈ। ਉਹ ਜਿਸ ਨੂੰ ਲਿਜਾਂਦੇ ਨੇ ਪਾਪੀ ਪੁਰਸ਼ ਨੂੰ, ਜਮਦੂਤ ਮਾਰਦੇ ਕੁੱਟਦੇ ਉਹਦੇ ਨਾਲ। ਇੱਕ ਹੰਟਰ ਵੱਜਦਾ ਹੈ, ਉਸਦੇ ਬੇਹੋਸ਼ ਹੋ ਜਾਂਦਾ, ਇੰਨੀ ਸੱਟ ਵੱਜਦੀ ਹੈ। ਜਦੋਂ ਫਿਰ ਹੋਸ਼ ਆਉਂਦੀ ਹੈ, ਫਿਰ ਇੱਕ ਮਾਰ ਦਿੰਦੇ, ਇਉਂ ਕੁੱਟਦੇ ਕੁੱਟਦੇ ਜਮ ਮਾਰਗ ਨੂੰ ਲਿਜਾਂਦੇ ਹਨ। ਸੋ ਉਸ ਦੀ ਬਾਬਤ ਕਹਿੰਦੇ, ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਜਮਾਂ ਦਾ ਹੰਟਰ ਬੁਰਾ ਹੈ, ਉਹਦੀ ਸੱਟ ਨਹੀਂ ਚੱਲੀ ਜਾਣੀ। ਅਤੇ ਉਪਾਅ ਕੀ ਕੀਤਾ ਜਾਵੇ? ਕਬੀਰ ਜੀ ਆਪਣੀ ਦਿਸ਼ਾ ਦੱਸਦੇ ਨੇ, ਇੱਕ ਜੋ ਸਾਧੂ ਮੋਹ ਮਿਲਿਓ, ਤਿਨ ਲਿਓ ਅੰਚਲ ਲਾਏ। ਆਪਣੇ ਗੁਰੂ ਰਾਮਾਨੰਦ ਵੱਲ ਇਸ਼ਾਰਾ ਕਰਦੇ ਹਨ। ਮੈਨੂੰ ਉਹਨਾਂ ਦਾ ਮਿਲਾਪ ਹੋਇਆ, ਉਹਨਾਂ ਨੇ ਮੈਨੂੰ ਵਾਹਿਗੁਰੂ ਦੀ ਸ਼ਰਨ ਲਗਾ ਦਿੱਤਾ, ਪਰਮੇਸ਼ਰ ਦੀ ਭਗਤੀ ਲਗਾ ਦਿੱਤੀ, ਵਿੱਚ ਪ੍ਰਵਿਰਤ ਕਰ ਦਿੱਤਾ। ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਪਰਮੇਸ਼ਰ ਦੇ ਹੋ ਗਏ, ਉਹਨਾਂ ਨੂੰ ਜਮਾਂ ਦਾ ਡਰ ਕੋਈ ਨਹੀਂ ਰਹਿੰਦਾ। ਤਾਂ ਤੇ ਇਉਂ ਦੱਸਦੇ ਨੇ, ਇਹੀ ਜਿਹੀ ਆਵਾਜ਼ ਜਦੋਂ ਆਈ, ਸਿਮਰਨ ਭਜਨ ਦੇ ਆ ਨਹੀਂ ਕੀਨੀ, ਤਾਂ ਮੁੱਖ ਚੋਟਾਂ ਖਾਏਗਾ। ਕੰਨ ਵਿੱਚ ਹੋ ਕੇ ਸਦਨੇ ਦੇ, ਹਿਰਦੇ ਵਿੱਚ ਪਹੁੰਚੀ। ਬੁੱਧ ਨੇ ਨਾਲ ਦੀ ਨਾਲ ਵਿਚਾਰ ਕਰ ਲਈ। ਵਿਚਾਰ ਕਰਨ ਦੀ ਦੇਰ ਸੀ, ਐਸੀ ਸੱਟ ਵਜੀ ਦਿਲ ਤੇ। ਸਾਸੰਗ ਗੁਰਬਾਣੀ ਬਾਣ ਹੈ, ਕੋਈ ਚਿੱਲੇ ਵਿੱਚ ਚੜਾ ਕੇ ਤਨਿਸ਼ ਦੇ, ਬਾਣ ਨੂੰ ਕਸ ਕੇ ਛੱਡੇ। ਜੇ ਤਾਂ ਅੱਗੇ ਪੋਲਾ ਥਾਏ, ਉਹ ਖੁੱਭ ਜਾਏਗਾ। ਜੇ ਅੱਗੇ ਪੱਥਰ ਲੱਗੇਗਾ ਤਾਂ ਸੀ ਪਿੱਛੇ ਮੁੜ ਆਏਗਾ। ਇਸੀ ਤਰ੍ਹਾਂ ਗੁਰਬਾਣੀ ਬਾਣ ਹੈ, ਪਾਪੜੀਆਂ ਪਛਾੜ ਬਾਣ ਸਚਾਵਾਂ ਸਿੰਨ ਕੇ। ਗੁਰਮੰਤਰੜਾ ਚਤਾਰ, ਨਾਨਕ ਦੁੱਖ ਨਾ ਥੀ ਵਹੀ। ਗੁਰਬਾਣੀ ਬਾਣ ਹੈ, ਪਰ ਇਹ ਖੁੱਬਦੀ ਕਿੱਥੇ ਹੈ? ਜਿਹੜੇ ਹਿਰਦੇ ਨਰਮ ਹਨ, ਜਿਹੜੇ ਹਿਰਦੇ ਨਰਮ ਹਨ, ਉੱਥੇ ਇਹ ਬਾਣ ਖੁੱਬਦਾ ਹੈ, ਛੇਕ ਕਰ ਜਾਂਦਾ ਹੈ। ਉਹ ਛੇਕ ਦੁਆਰਾ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਉਸੀ ਦਿਸ਼ਾ ਨੂੰ ਕਬੀਰ ਜੀ ਨੇ ਇੱਕ ਥਾਂ ਦੱਸਿਆ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤੀ ਭਾਵੇਂ ਮਿਲ ਗਿਆ ਪਰਾ ਕਰੇ ਜੇ ਛੇਕ।
ਕਬੀਰ ਗੂੰਗਾ ਹੋਇਆ, ਬਾਬਰਾ ਬਹਿਰਾ ਹੋਇਆ, ਕਾਨ ਪਾਵਨ ਤੇ ਪਿੰਗਲ ਪਿਆ, ਮਾਰਿਆ ਸਤਿਗੁਰ ਬਾਣ। ਉਸ ਦਿਸ਼ਾ ਹਾਂਜੀ ਸ਼ਬਦ ਜਿਹੜੇ ਹਿਰਦੇ ਨਰਮ ਹਨ ਉੱਥੇ ਸ਼ਬਦ ਅਸਰ ਕਰ ਜਾਂਦਾ ਹੈ, ਘਾਹ ਕਰ ਜਾਂਦਾ ਹੈ, ਜ਼ਖਮ ਕਰ ਜਾਂਦਾ ਹੈ। ਸੋ ਉਹਨਾਂ ਤੇ ਇੱਕ ਅੱਧਾ ਸ਼ਬਦ ਹੀ ਉਹਨਾਂ ਦੇ ਜੀਵਨ ਦੇ ਸੁਧਾਰ ਦਾ ਕਾਰਨ ਬਣ ਜਾਂਦਾ ਹੈ। ਸੋ ਇਸੀ ਤਰ੍ਹਾਂ ਇਹ ਸ਼ਬਦ ਸਦਨੇ ਦੇ ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚਿਆ। ਹਿਰਦੇ ਤੇ ਬੜੀ ਸੱਟ ਵੱਜੀ, ਜਿਸ ਦਾ ਨਤੀਜਾ ਇਹ ਹੋਇਆ ਵਜਤ ਵਿੱਚ ਆ ਗਿਆ ਉਹ ਟੋਕਰਾ ਮਾਂਸ ਦਾ ਜਦੋਂ ਸਿਰ ਤੇ ਲਈ ਜਾ ਰਿਹਾ ਸੀ, ਗਿਰ ਜਾਂਦਾ ਹੈ। ਤਨ ਦੀ ਸੋਝੀ ਭੁੱਲ ਜਾਂਦੀ ਹੈ, ਆਪ ਵੀ ਜ਼ਮੀਨ ਤੇ ਬੇਹੋਸ਼ ਹੋ ਕੇ ਗਿਰ ਜਾਂਦਾ। ਉਸ ਮਾਂਸ ਦੇ ਲੋਥੜਿਆਂ ਨੂੰ ਕੁੱਤੇ ਆ ਚਿੰਬੜੇ, ਕਾਂ ਆ ਚਿੰਬੜੇ, ਇੱਲਾਂ ਆ ਚਿੰਬੜੀਆਂ। ਰਸਤਾ ਸੀ, ਲੋਕ ਤੁਰੇ ਜਾਂਦੇ ਸਨ, ਮੇਲਾ ਲੱਗ ਗਿਆ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਆਪਣੇ ਖਿਆਲ ਦੇ ਮੁਤਾਬਕ ਦੁਨੀਆ ਦਾ ਸੁਭਾਅ ਹੈ। ਉਸਨੂੰ ਥੋੜ੍ਹੀ ਦੇਰ ਬਾਅਦ ਫਿਰ ਹੋਸ਼ ਆਈ, ਫਿਰ ਇਹੀ ਆਵਾਜ਼ ਉਹਦੇ ਕੰਨਾਂ ਵਿੱਚ ਗੂੰਜਦੀ ਹੈ। ਫਿਰ ਇਸੀ ਤਰ੍ਹਾਂ ਕਾਫੀ ਦੇਰ ਇਹੋ ਜਿਹੀ ਹਾਲਤ ਰਹੀ। ਉਹ ਮਾਂਸ ਮੂਸ ਤਾਂ ਖਾ ਲਿਆ ਜਿਹੜਾ ਲੈ ਕੇ ਚੱਲਿਆ ਸੀ ਕੁੱਤਿਆਂ ਕਾਵਾਂ ਇੱਲਾਂ ਨੇ, ਹੁਣ ਖਾਲੀ ਟੋਕਰਾ ਲੈ ਕੇ ਤੁਰ ਗਿਆ। ਇਹੋ ਜਿਹੀ ਦਿਸ਼ਾ ਇੱਕ ਸਾਈ ਦੇ ਮੁੰਡੇ ਦੀ ਕਿਉਂ? ਸਾਧ ਉਹਦੇ ਹਿਰਦੇ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਹੋਇਆ ਸੀ, ਜਿਹੜਾ ਉਹ ਉੱਗਣ ਦੀ ਕੋਸ਼ਿਸ਼ ਕਰਦਾ ਸੀ। ਉਸਨੂੰ ਵਾਹਿਗੁਰੂ ਦੀ ਭਗਤੀ ਵੱਲ ਪ੍ਰੇਰ ਰਿਹਾ ਸੀ। ਜਿਵੇਂ ਜ਼ਮੀਨ ਵਿੱਚ ਪਿਆ ਬੀਜ ਜ਼ਮੀਨ ਨੂੰ ਫਾੜ ਕੇ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ, ਇਸੀ ਤਰ੍ਹਾਂ ਸਮਝੋ। ਇਹੀ ਹਾਲਤ ਹੂਬਹੂ ਗਨਕਾ ਦੀ ਸੀ। ਭਾਵੇਂ ਉਹਦਾ ਇਹੋ ਜਿਹਾ ਥਾਂ ਵਾਸਾ, ਪਰ ਜਦੋਂ ਕਿਤੇ ਕਿਤਾਈ ਉਹਦੇ ਚਿੱਤ ਵਿੱਚ ਜੇ ਖਿਆਲਾਤ ਆਉਂਦੇ, ਮਨੁੱਖ ਤਨ ਵਾਹਿਗੁਰੂ ਦੀ ਬੰਦਗੀ ਵਾਸਤੇ ਮਿਲ ਰਿਹਾ, ਇਸ ਨੂੰ ਪਾ ਕੇ ਤੈਂ ਇਸ ਜ਼ਿੰਦਗੀ ਦਾ ਰਾਹ ਕਿਸ ਪਾਸੇ ਨੂੰ ਰੱਖਿਆ, ਪਤਾ ਨਹੀਂ ਤੈਨੂੰ ਹੋਰ ਨਰਕਾਂ ਵਿੱਚ ਜਾਣਾ ਪੈ ਜਾਏ, ਜਮਾਂ ਦੇ ਵਸ ਪੈਣਾ ਪਏਗਾ। ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿਆ ਕਰਦੇ ਸਨ। ਇਉਂ ਪਰ ਲੰਗੜੇ ਗਧੇ ਵਾਲੀ ਹਾਲਤ, ਆਪਣੇ ਆਪ ਨਿਕਲਣ ਦੀ ਤਾਕਤ ਨਹੀਂ। ਪਾਪਾਂ ਦਾ ਹਰ ਪਰੋਤਾ ਗਨਕਾ ਪਾਪਣ ਨੇ, ਪਾਪਾਂ ਦਾ ਹਰ ਪਰੋਤਾ ਗਨਕਾ ਪਾਪਣ ਨੇ। ਸਈਆਂ ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ। ਉਸ ਦੀ ਇਹ ਦਿਸ਼ਾ ਸੀ। ਕਈ ਸਾਲਾਂ ਤੋਂ ਇਹੋ ਜਿਹੀ ਅਵਸਥਾ ਉਸ ਸ਼ਹਿਰ ਤੋਂ ਬਾਹਰ ਇੱਕ ਕੋਈ ਮਹਾਤਮਾ ਰਹਿੰਦੇ ਸਨ। ਇੱਕ ਕੁਟੀਆ ਜਿਸ ਦੇ ਵਿੱਚ ਰਹਿ ਕੇ ਪਰਮੇਸ਼ਰ ਦਾ ਭਜਨ ਕਰਦੇ ਸਨ। ਸੰਤ ਸਾਧ ਮਹਾਂਪੁਰਖ ਸਤਿਪੁਰਸ਼ ਸਤਿਵੇਤੇ ਪਰਮ ਗਿਆਨੀ ਗੁਰਮੁਖ ਇਤਿਆਦਿ ਇਹੋ ਜਿਹੇ ਬਚਨ ਜਦੋਂ ਅਸੀਂ ਗੁਰਬਾਣੀ ਦਾ ਅੱਛੀ ਤਰ੍ਹਾਂ ਧਿਆਨ ਦੇ ਕੇ ਪਾਠ ਕਰਦੇ ਹਾਂ, ਸਾਨੂੰ ਇਹੋ ਜਿਹੇ ਸ਼ਬਦ ਬਹੁਤ ਸਾਰੇ ਮਿਲਦੇ ਹਨ।
ਜਿਨ੍ਹਾਂ ਦਾ ਭਾਵ ਤਕਰੀਬਨ ਇੱਕੋ ਜਿਹਾ ਹੀ ਕਹਿਣ ਵਿੱਚ, ਅੱਖਰਾਂ ਵਿੱਚ ਜ਼ਰੂਰ ਭੇਦ ਹੈ, ਲੇਕਿਨ ਇਹਨਾਂ ਦਾ ਭਾਵ ਹੈ ਉਹ ਰੂਹਾਂ ਜਿਹੜੀਆਂ ਵਾਹਿਗੁਰੂ ਅੰਤਰਜਾਮੀ ਵਿੱਚ ਅਭੇਦ ਹਨ, ਜੋ ਵਾਹਿਗੁਰੂ ਅੰਤਰਜਾਮੀ ਨਾਲ ਮਿਲ ਚੁੱਕੀਆਂ, ਉਸ ਦੇ ਨਾਲ ਮਿਲਣ ਕਰਕੇ ਉਹਨਾਂ ਦੇ ਚਿੱਤ ਸ਼ਾਂਤ ਹੋ ਚੁੱਕੇ ਹਨ, ਪਰਮ ਸੁਖੀ ਹੋ ਚੁੱਕੇ ਹਨ। ਉਹਨਾਂ ਵੱਲ ਇਸ਼ਾਰਾ ਹੈ। ਮਹਾਂਪੁਰਖ ਅਚਾਨਚਕ। ਸੋ ਉਸ ਸ਼ਹਿਰ ਤੋਂ ਬਾਹਰ ਕੁਟੀਆ ਵਿੱਚ ਇੱਕ ਮਹਾਂਪੁਰਖ ਰਹਿੰਦੇ ਹਨ। ਦਰਅਸਲ ਜਿਹਦਾ ਜੀਵਨ ਹੀ ਪ੍ਰਭੂ ਦਾ ਭਜਨ ਹੁੰਦਾ ਹੈ। ਵਾਹਿਗੁਰੂ ਅੰਤਰਜਾਮੀ ਨੂੰ ਸਾਰੇ ਦੇਖਣਾ, ਉਸ ਦਾ ਭਜਨ ਕਰਨਾ, ਉਸ ਦੇ ਵਿੱਚ ਹੀ ਉਹਨਾਂ ਦੀ ਕੀੜਾ ਰਮਣ ਕਰਨਾ, ਉਸ ਦੇ ਵਿੱਚ ਹੀ ਲਿਵਲੀਨਤਾ, ਉਸ ਭਜਨ ਆਨੰਦ ਵਿੱਚ ਹੀ ਉਹਨਾਂ ਨੇ ਮਸਤ ਰਹਿਣਾ। ਇਹ ਉਹਨਾਂ ਦਾ ਜੀਵਨ ਹੁੰਦਾ ਹੈ। ਉਹਨਾਂ ਦੀ ਹੀ ਅਵਸਥਾ ਇਹੋ ਜਿਹੀ ਥਾਂ ਦਰਸਾਈ ਹੈ ਗੁਰੂ ਜੀ ਨੇ। ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ, ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ, ਜੈਸੇ ਨੀਰ ਬਿਨ ਮਛਲੀ, ਜਿੰਦ ਬਚਦੀ ਨਹੀਂ ਗੁਰ, ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ। जैसे नीर बिन मछली, जिंद बचती नहीं गुर, जिंद बचती नहीं गुर शब्द बिना। जो मछली बिन पानी क्यों जीवन पावै, बूंद विहुना चात्र को क्यों कर तृपतावै। नाद कुरंग के बेधया सन्मुख उठतावै, पम्र लोभी कुसुमबास का मिल आप बंधावै। क्यों संत जना हर प्रीत है, देख दर्श अघावै। ये दृष्टांत दे के, प्रमाण दे के दस्या मच्छी का जीवन पानी और भंवरे का जीवन सुगंधित। इसी तरह वाहिगुरू के प्यारिਆਂ ਦਾ, संतां ਦਾ जीवन वाहिगुरू ਦਾ भजन ਹੁੰਦਾ है। समदृष्टि ब्रह्म दृष्टि द्वारा सारे उसਨੂੰ देखना और उसका भजन, उसਦੇ ਵਿੱਚ ਹੀ ਲਿਵਲੀਨਤਾ, ਇਹ ਉਹਨਾਂ ਦਾ ਜੀਵਨ ਹੈ। ਇਸ ਦੇ ਆਸਰੇ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਕੇ ਸਿੱਟ ਦੋ, ਮਰ ਜਾਏਗੀ। इसी तरह संतां नूं भजन तो बिना किसी तरीके सिर्फ भजन तो रोकिया जाए, उनका जीवन बर्बाद है। दुखी होना सब तो बड़ा दुख भजन विसर जाना है। तां ते संतां दा जीवन वाहिगुरू दा भजन हुंदा है। जिंद बचदी नहीं गुर शब्द बिना, बचदी नहीं गुर शब्द बिना। ਇਹੋ ਜਿਹੇ ਪ੍ਰਭੂ ਵਿੱਚ ਲੀਨ ਇੱਕ ਮਹਾਂਪੁਰਖ ਬਾਹਰ ਰਹਿੰਦੇ ਹੈ। ਸੋ ਸਰਦੀ ਦਾ ਮੌਸਮ ਆ ਗਿਆ, ਕਈ ਦਿਨ ਦੀ ਝੜੀ ਲੱਗ ਗਈ। ਝੜੀ ਦੇ ਲੱਗਣ ਕਰਕੇ ਉਹਨਾਂ ਦੀ ਕੁਟੀਆ ਜਿਸ ਵਿੱਚ ਰਹਿੰਦੇ ਸਨ ਧੋਣ ਲੱਗ ਪਈ। ਬਸਤਰ ਵਗੈਰਾ ਜੋ ਸਾਮਾਨ ਸੀ
ਉਹ ਭਿੱਜਣ ਲੱਗ ਪਿਆ। ਝੜੀ ਹਟਣ ਵਿੱਚ ਨਹੀਂ ਆਉਂਦੀ। ਚਿੱਤ ਵਿੱਚ ਵਿਚਾਰ ਕੀਤੀ ਤੇ ਚਲੋ ਕੁਝ ਸਮਾਂ ਹੋਰ ਕਿਤੇ ਗੁਜ਼ਾਰ ਲੈਂਦੇ ਹਾਂ। ਸਰਦੀ ਦਾ ਮੌਸਮ ਹੈ, ਬਸਤਰ ਵੀ ਭਿੱਜ ਰਹੇ ਹਨ, ਤਾਂ ਤੇ ਜਦੋਂ ਬਾਰਿਸ਼ ਹਟ ਜਾਏਗੀ, ਮੌਸਮ ਅੱਛਾ ਹੋ ਜਾਏਗਾ, ਫਿਰ ਇੱਥੇ ਆ ਜਾਏਗਾ। ਇਉਂ ਉਹਨਾਂ ਨੇ ਉਸ ਥਾਂ ਤੋਂ ਚੱਲਣ ਵੇਲੇ ਹੋਰ ਕੁਝ ਸਾਮਾਨ ਨਹੀਂ ਉਠਾਇਆ। ਇੱਕ ਤੋਤਾ, ਹਰੇ ਰੰਗ ਦਾ ਜਾਨਵਰ, ਜਿਸ ਨੂੰ ਰਾਮ ਰਾਮ ਦੀ ਮਹਾਰਨੀ ਪੜ੍ਹਾਈ ਹੋਈ ਸੀ, ਪਿੰਜਰੇ ਵਿੱਚ, ਉਸ ਦਾ ਪਿੰਜਰਾ ਉਠਾ ਲਿਆ, ਹੋਰ ਕੋਈ ਵਸਤੂ ਨਹੀਂ ਚੱਕੀ। ਸ਼ਹਿਰ ਵੱਲ ਨੂੰ ਚੱਲ ਪੈਂਦੇ ਹਨ। ਮੌਸਮ ਇਹੋ ਜਿਹਾ, ਕਿਤੇ ਕਿਣਮਣ ਹੋਣ ਲੱਗ ਪੈਂਦੀ, ਕਿਤੇ ਬੰਦ ਹੋ ਜਾਂਦੀ ਹੈ, ਕਿਤੇ ਬਾਰਿਸ਼ ਕੁਛ ਹੋਣ ਲੱਗ ਪਈ, ਕਿਤੇ ਬੰਦ ਹੋ ਗਈ। ਇਹ ਜਿਹੀ ਦਿਸ਼ਾ ਹੈ। ਇਸੀ ਤਰ੍ਹਾਂ ਆਉਂਦੇ ਆਉਂਦੇ ਉੱਥੇ ਪਹੁੰਚ ਗਏ ਜਿੱਥੇ ਗਨਕਾ ਦਾ ਮਕਾਨ ਸੀ। ਕੁਦਰਤੀ ਉੱਥੇ ਆ ਕੇ ਇਤਨੀ ਜ਼ੋਰ ਦੀ ਬਾਰਿਸ਼ ਹੋਈ, ਉਹਨਾਂ ਨੂੰ ਮਜਬੂਰੀ ਉਸ ਮਕਾਨ ਦੇ ਵਰਾਂਡੇ ਹੇਠਾਂ ਜਾ ਕੇ ਖੜਨਾ ਪਿਆ। ਸੋ ਗਨਕਾ ਦੇ ਮਾਨੋ ਇਸ ਬਹਾਨੇ ਅੱਜ ਭਾਗ ਜਾਗੇ। ਸੋ ਉਸਨੇ ਦੇਖਿਆ, ਲਿਬਾਸ ਮਾਤਰ ਤੋਂ ਪਹਿਚਾਣ ਕੇ ਕਿ ਕੋਈ ਮਹਾਂਪੁਰਖ ਹਨ। ਉਹਦੇ ਦਿਲ ਵਿੱਚ ਅੱਗੇ ਹੀ ਇਹ ਖਿਆਲ ਰਹਿੰਦਾ ਸੀ, ਕੋਈ ਦੇਖ ਵਿੱਚ ਮਾਰੇ ਜ਼ਿੰਦਗੀ ਸੰਵਰ ਜਾਏ। ਸੋ ਉਸਨੇ ਆਪਣੀ ਨੌਕਰ ਨੂੰ ਉੱਪਰ ਭੇਜ ਕੇ ਉਹਨਾਂ ਮਹਾਂਪੁਰਖਾਂ ਨੂੰ ਬੁਲਾ ਲਿਆ। ਸ਼ੁੱਧ ਸਾਫ ਬਿਸਤਰਾ ਵਿਛਾ ਕੇ ਬਿਠਾਇਆ, ਤੋਤੇ ਦਾ ਪਿੰਜਰਾ ਪਾਵੇ ਪਾਸ ਰੱਖ ਲਿਆ, ਆਪਣੀ ਦਾਸਤਾਨ ਛਿੜੀ। ਬਾਬਾ ਜੀ, ਮੈਂ ਜਾਣਦੀ ਹਾਂ ਮਾਨੁਖ ਤਨ ਪ੍ਰਭੂ ਭਗਤੀ ਵਾਸਤੇ ਮਿਲਿਆ, ਤਮਾਮ ਦੁਨੀਆ ਦਾ ਬਾਦਸ਼ਾਹ ਦੇਹੀ ਹੈ, ਪਰ ਮੇਰੀ ਜ਼ਿੰਦਗੀ ਦਾ ਰਾਹ ਤਾਂ ਇਹੋ ਜਿਹੇ ਪਾਸੇ ਹੈ, ਸ਼ਾਇਦ ਮੈਨੂੰ ਨਰਕ ਵੀ ਨਾ ਚੱਲਣ। ਮੇਰੀ ਨਰਕਾਂ ਤੋਂ ਬਚਣ ਦੇ ਵਾਸਤੇ ਕੋਈ ਉਪਾਅ, ਜਮਾਂ ਤੋਂ ਬਚਣ ਤੋਂ ਕੋਈ ਢੰਗ ਜੇ ਕਿਰਪਾ ਕਰ ਸਕੋ ਤਾਂ ਆਪ ਦੀ ਬੜੀ ਹੀ ਕਿਰਪਾ ਹੋਵੇ। ਯਾਨੀ ਆਪਣੀ ਮਨ ਦੀ ਅਵਸਥਾ ਜਿਹੀ ਜਿਹੀ ਉਹਦੀ ਦਿਸ਼ਾ ਸੀ, ਉਸ ਦੀ ਬਾਬਤ ਉਸਨੇ ਆਪਣਾ ਪ੍ਰਾਰਥਨਾ ਕੀਤੀ। ਉਹਨਾਂ ਮਹਾਂਪੁਰਖਾਂ ਨੇ ਦੇਖਿਆ ਇਹੋ ਜਿਹੇ ਥਾਂ ਇਹਦਾ ਵਾਸਾ, ਲੇਕਿਨ ਖਿਆਲਾਤ ਇਹੋ ਜਿਹੇ। ਸੋ ਸਮਝਿਆ ਜਾਂਦਾ ਹੈ ਇਹਦੇ ਚਿੱਤ ਵਿੱਚ ਜਿਗਿਆਸਾ ਹੈ, ਭਗਤੀ ਕਰਨ ਦੀ ਇੱਛਾ ਹੈ, ਪ੍ਰਭੂ ਪ੍ਰਾਪਤੀ ਦਾ ਸ਼ੌਕ ਹੈ। ਸੋ ਉਹਨਾਂ ਨੇ ਜਿਸ ਵਕਤ ਵੱਤਰ ਹੋਵੇ ਜ਼ਮੀਨ ਆਈ ਹੋਈ, ਉਸ ਮੌਕੇ ਬੀਜ ਬੀਜਿਆ ਜਾਵੇ, ਸਫਲਤਾ ਹੁੰਦੀ ਹੈ। ਜਦੋਂ ਵੈਰਾਗ ਹੋਵੇ ਜਗਿਆਸੂ ਨੂੰ, ਉਸ ਮੌਕੇ ਉਸਨੂੰ ਨਾਮ ਦੀ ਦਾਤ ਮਿਲ ਜੇ, ਜਲਦੀ ਫਲੀਭੂਤ ਹੁੰਦੀ ਹੈ। ਤਾਂ ਤੇ ਉਹਨਾਂ ਸੋਚਿਆ ਵੀ ਇਸਨੂੰ ਤੋਤੇ ਦੇ ਬਹਾਨੇ ਇਸ ਦਾ ਭਲਾ ਕਰਨਾ ਚਾਹੀਦਾ। ਮਹਾਂਪੁਰਖ ਅਚਾਨਕ ਗਨਕਾ ਵਾੜੀ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਦਿੱਤੋ ਤਿਸ ਨੂੰ ਤੋਤਾ। ਆਪਣੇ ਉਧਾਰ ਵਾਸਤੇ ਆਪਣੇ ਮਨ ਦੀ ਉਤਕੰਠਾ ਜ਼ਾਹਰ ਕੀਤੀ। ਸੋ ਉਸਨੂੰ ਮਹਾਂਪੁਰਖਾਂ ਨੇ ਤੋਤੇ ਦੇ ਬਹਾਨੇ ਉਧਾਰਨ ਦਾ ਵਿਚਾਰ ਕੀਤਾ। ਇਸ ਦੀ ਬਾਬਤ ਕੱਲ੍ਹ ਵਿਚਾਰ ਸ਼ੁਰੂ ਹੋਏਗੀ। ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਦਿੱਤੋ ਤਿਸ ਨੂੰ ਤੋਤਾ। ਗਨਕਾ ਦੇ ਚਿੱਤ ਵਿੱਚ ਇਹ ਖਿਆਲ ਉੱਠ ਕੇ ਉਸਦੇ ਮਨ ਨੂੰ ਬੇਬਲ ਕਰਦਾ ਹੀ ਰਹਿੰਦਾ। ਮਨਾ ਮਾਨੁਖ ਸਰੀਰ ਵਾਹਿਗੁਰੂ ਦੇ ਭਜਨ ਕਰਨ ਵਾਸਤੇ ਮਿਲਿਆ, ਇਸਨੂੰ ਦੁਨੀਆ ਦੇ ਵਿੱਚ ਵੈਸੇ ਬਰਬਾਦ ਕਰ ਦੇਣਾ, ਇਸ ਦੇ ਨਾਲ ਕਿਤਨੀ ਬੇਇਨਸਾਫੀ ਹੈ। ਜਿਵੇਂ ਬੜਾ ਬੇਕੀਮਤਾ ਲਾਲ ਖੁੱਤੇ ਦੇ ਗਲ ਪਾਇਆ, ਉਸਦੀ ਕੋਈ ਕਦਰ ਨਹੀਂ। ਇਸੀ ਤਰ੍ਹਾਂ ਮਨੁੱਖ ਸਰੀਰ ਦੀ ਨਕਦਰੀ ਹੈ ਅਗਰ ਇਸ ਨੂੰ ਵਾਹਿਗੁਰੂ ਦੇ ਭਜਨ ਵਿੱਚ ਨਾ ਲਗਾਇਆ ਜਾਏ। ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿੰਦੇ ਹੁੰਦੇ। ਪਰ ਜਿਤਨੀ ਦੇਰ ਤੱਕ ਮਦਦ ਨਾ ਮਿਲੇ, ਜੇਲਣ ਵਿੱਚੋਂ ਕੈਸੇ ਨਿਕਲਿਆ ਜਾ ਸਕਦਾ ਸੀ। ਕੋਈ ਵੱਡੇ ਭਾਗ ਜਾਗਦੇ ਹਨ, ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ। ਪਹਿਲੇ ਤੇ ਮਨੁੱਖ ਦੇ ਨਹੀਂ ਮਿਲਦੀ ਸਾਧ ਸੰਗਤ, 184 ਜੋਨ ਵਿੱਚੋਂ ਮਸਾਂ ਮਸਾਂ ਮਨੁੱਖਾਂ ਦੇ ਮਿਲਦੀ ਹੈ। ਫਿਰ ਮਨੁੱਖਾਂ ਦੇ ਮਿਲ ਜਾਏ
ਇਸ ਦੇ ਚਿੱਤ ਵਿੱਚ ਸ਼ੌਕ ਨਹੀਂ ਜਾਗਦਾ ਭਜਨ ਕਰਨ ਦਾ। ਭਲਾ ਜੇ ਸ਼ੌਕ ਵੀ ਜਾਗ ਪਏ, ਪੂਰਨ ਪੁਰਖ ਦਾ ਮਿਲਾਪ ਬੜਾ ਔਖਾ ਹੈ, ਸਤਸੰਗ ਦਾ ਮਿਲਾਪ ਬੜਾ ਮੁਸ਼ਕਿਲ ਹੈ। ਤਿੰਨੇ ਗੱਲਾਂ ਮਿਲ ਜਾਣ, ਮਾਨੁਖ ਸਰੀਰ ਮਿਲ ਜਾਏ, ਪਰਮ ਪਦਵੀ ਦੀ ਇੱਛਾ ਪੈਦਾ ਹੋ ਜਾਏ, ਇਹਨੇ ਪ੍ਰਭੂ ਪ੍ਰਾਪਤੀ ਦੀ ਭਜਨ ਦੀ ਇੱਛਾ ਪੈਦਾ ਹੋ ਜਾਏ ਔਰ ਪੂਰਨ ਪੁਰਖ ਦਾ ਮਿਲਾਪ ਹੋ ਜਾਏ, ਫਿਰ ਇਹਦਾ ਜਨਮ ਸਫਲਾ ਹੈ। ਨਾਨਕ ਤਨ ਤਾਰਿਆ ਲੇਖੇ ਲੱਗ ਜਾਂਦਾ ਹੈ। ਸੋ ਇਸੀ ਤਰ੍ਹਾਂ ਇਹੋ ਜਿਹੇ ਖਿਆਲਾਤ ਉਸਦੇ ਚਿੱਤ ਵਿੱਚ ਆ ਕੇ ਬੇਬਲ ਜ਼ਰੂਰ ਕਰਦੇ, ਪਰ ਕੁਛ ਪੇਸ਼ ਨਹੀਂ ਸੀ ਜਾਂਦੀ। ਸੋ ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਪੂਰਵ ਕਰਮ ਅੰਕਰ ਜਬ ਪ੍ਰਕੇ ਭੇਟਿਓ ਪੁਰਖ ਰਸ ਕੋਏ ਰਾਗੀ। ਜਦੋਂ ਪ੍ਰਭੂ ਮਿਲਣ ਦੀ ਪ੍ਰੀਤ ਚਿੱਤ ਵਿੱਚ ਜਾਗਦੀ ਹੈ ਪੂਰਵਲੇ ਭਾਗਾਂ ਕਰਕੇ, ਫਿਰ ਇਸ ਨੂੰ ਪੂਰਨ ਪੁਰਖ ਦਾ ਮਿਲਾਪ ਹੁੰਦਾ ਹੈ। ਉੱਥੋਂ ਰਸਤਾ ਮਿਲਦਾ, ਸਹੀ ਰਸਤਾ ਮਿਲਦਾ ਹੈ। ਕਮਾਈ ਕਰਕੇ ਜਨਮ ਸਫਲਾ ਹੁੰਦਾ। ਇਉਂ ਇਸੀ ਤਰ੍ਹਾਂ ਅੱਜ ਗਨਕਾਂ ਨੂੰ ਮਹਾਂਪੁਰਖ ਦਾ ਮਿਲਾਪ ਸੁਤੇ ਉਧਰ ਆ ਨਿਕਲੇ। ਇਸਨੇ ਆਪਣਾ ਉਹ ਖਿਆਲ, ਉਹ ਦਾਸਤਾਨ ਜਿਹੜੇ ਚਿੱਤ ਵਿੱਚ ਇਹ ਖਿਆਲਾਤ ਪੈਦਾ ਹੋ ਕੇ ਮਨ ਨੂੰ ਬੇਬਲ ਕਰਦੇ ਸਨ, ਉੱਥੇ ਵੀ ਜ਼ਾਹਰ ਕੀਤੇ। ਮਹਾਂਪੁਰਖਾਂ ਦੇ ਚਿੱਤ ਵਿੱਚ ਹੈਰਾਨੀ ਹੋਈ ਵੀ ਅਚਰਜ ਬਾਤ ਹੈ ਕਿ ਇਹ ਜੋ ਥਾਂ ਜਨਮ ਔਰ ਇਹ ਜਿਹੇ ਖਿਆਲਾਤ ਪ੍ਰਤੀਤ ਹੁੰਦਾ ਪਿਛਲੇ ਜਨਮ ਦਾ ਭਗਤੀ ਦਾ ਬੀਜ ਇਸ ਦੇ ਹਿਰਦੇ ਰੂਪੀ ਧਰਤੀ ਵਿੱਚ ਪਿਆ ਹੋਇਆ ਹੈ, ਉਹ ਉਗਣ ਦੀ ਕੋਸ਼ਿਸ਼ ਕਰਦਾ ਹੈ। ਸੋ ਇਸੀ ਤਰ੍ਹਾਂ ਉਹਨਾਂ ਨੇ ਉਸ ਦੇ ਚਿੱਤ ਦੀ ਜਿਗਿਆਸਾ ਦੇਖ ਕੇ, ਸ਼ੌਕ ਦੇਖ ਕੇ, ਗਨ ਦੇਖ ਕੇ ਪੱਕਾ ਕੀਤਾ, ਅਗਰ ਤੇਰੇ ਚਿੱਤ ਵਿੱਚ ਸੱਚਮੁੱਚ ਹੀ ਜਨਮ ਨੂੰ ਸਫਲਾ ਕਰਨ ਦਾ ਸ਼ੌਕ ਹੈ, ਜਮਾਂ ਤੋਂ ਡਰ ਹੈ, ਨਰਕਾਂ ਦਾ ਡਰ ਹੈ, ਤੇਰੇ ਵਾਸਤੇ ਵੀ ਰਸਤਾ ਹੈ। ਉਸਨੇ ਕਿਹਾ, ਜ਼ਰੂਰ ਮੈਨੂੰ ਜਮਾਂ ਤੋਂ ਡਰ ਲੱਗਦਾ, ਨਰਕਾਂ ਤੋਂ ਡਰ ਲੱਗਦਾ। ਭਗਤੀ ਭੈ ਨਾਲ ਜਾਂ ਪ੍ਰੇਮ ਨਾਲ ਹੋਇਆ ਕਰਦੀ ਹੈ। ਪਹਿਲਾ ਦਰਜਾ ਭੈ ਹੈ, ਡਰ ਹੈ ਨਰਕਾਂ ਜਮਾਂ 84 ਆਦਿ ਦਾ। ਉਸ ਤੋਂ ਬਾਅਦ ਪ੍ਰੇਮ ਦੀ ਅਵਸਥਾ। ਜਦੋਂ ਪ੍ਰੇਮ ਲੱਗ ਗਿਆ ਫਿਰ ਤਾਂ ਕੋਈ ਤੋੜ ਹੀ ਨਹੀਂ ਸਕਦਾ। ਸੰਯਮ ਕਰਕੇ ਪਹਿਲੇ ਭੈ ਹੁੰਦਾ, ਪਿੱਛੋਂ ਪ੍ਰੇਮ ਉਪਜਦਾ ਹੈ। ਸੰਯਮ ਉਸਦੀ ਇਹ ਅਵਸਥਾ ਦੇਖ ਕੇ ਉਹਨਾਂ ਮਹਾਂਪੁਰਖਾਂ ਕਿਹਾ, ਜੋ ਕੁਝ ਤੈਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ, ਜੋ ਤੈਨੂੰ ਕੁਝ ਦੱਸਿਆ ਜਾਏਗਾ, ਉਸ ਦੇ ਮੁਤਾਬਕ ਆਪਣੀ ਜ਼ਿੰਦਗੀ ਢਾਲਣੀ ਹੋਵੇਗੀ। ਅਗਰ ਐਸਾ ਕਰੇਂਗੀ, ਜਮਾਂ ਦਾ 84 ਨਰਕਾਂ ਆਦਿ ਸਭ ਦਾ ਭੈ ਦੂਰ ਹੋ ਜਾਵੇਗਾ। ਇਸ ਵਾਸਤੇ ਇਹ ਸ਼ਰਤ ਹੈ। ਬਿਮਾਰ ਦੇ ਵਾਸਤੇ, ਬਿਮਾਰ ਆਦਮੀ ਡਾਕਟਰ ਨੂੰ ਆਪਣੀ ਮਰਜ਼ ਬਿਮਾਰੀ ਦਿਖਾਉਂਦਾ ਹੈ, ਤੰਦਰੁਸਤ ਹੋਣ ਦੀ ਪੂਰੀ ਇੱਛਾ ਹੈ। ਡਾਕਟਰ ਉਸਦੇ ਵਾਸਤੇ ਦਵਾਈ ਸਿਲੈਕਟ ਕਰਦਾ ਹੈ ਔਰ ਪਰਹੇਜ਼, ਬਦ ਪਰਹੇਜ਼ੀ ਦਾ ਜ਼ਿਕਰ ਕਰਦਾ ਹੈ। ਪਰਹੇਜ਼ ਤੋਂ ਬਚਣ ਵਾਸਤੇ ਹਦਾਇਤ ਕਰਦਾ ਹੈ, ਪਰਹੇਜ਼ ਰੱਖਣ ਵਾਸਤੇ ਉਸਨੂੰ ਪ੍ਰੇਰਦਾ ਹੈ ਔਰ ਦਵਾਈ ਖਾਣ ਦਾ ਢੰਗ, ਜੁਗਤੀ, ਤਰੀਕਾ ਦੱਸਦਾ ਹੈ। ਜਦੋਂ ਪੂਰੀ ਵਿਧੀ ਅਨੁਸਾਰ ਦਵਾਈ ਖਾਂਦਾ ਹੈ ਮਰੀਜ਼, ਬਦ ਪਰਹੇਜ਼ੀ ਦਾ ਪਰਿਤਿਆਗ ਰੱਖਦਾ ਹੈ, ਪਰਹੇਜ਼ ਪੂਰਾ ਰੱਖਦਾ ਹੈ, ਹੌਲੀ ਹੌਲੀ ਬਿਮਾਰੀ ਹਟਦੀ ਇੱਕ ਦਿਨ ਪੂਰੀ ਸ਼ਫਾ ਪ੍ਰਾਪਤ ਹੋ ਜਾਂਦੀ ਹੈ, ਪੂਰੀ ਅਰੋਗਤਾ ਹਾਸਲ ਹੋ ਜਾਂਦੀ ਹੈ। ਇਸੀ ਤਰ੍ਹਾਂ ਹੀ ਇਹ ਮਾਨਸਿਕ ਰੋਗੀ ਦੀ ਹਾਲਤ ਹੈ। ਸੋ ਜਦੋਂ ਗਨਕਾ ਨੇ ਆਪਣੀ ਇਹੋ ਜਿਹੀ ਉਤਕੰਠਾ ਜ਼ਾਹਰ ਕੀਤੀ, ਮਹਾਂਪੁਰਖਾਂ ਨੇ ਸੋਚਿਆ ਵੀ ਤੋਤੇ ਦੇ ਬਹਾਨੇ ਇਸ ਦਾ ਭਲਾ ਹੋਣਾ ਚਾਹੀਦਾ, ਕਿਉਂਕਿ ਪਹਿਲ ਜਿਤਨੀ ਦੇਰ ਤੱਕ ਪੁਰਾਣੇ ਸੁਭਾਅ, ਪੁਰਾਣੀਆਂ ਆਦਤਾਂ, ਪੁਰਾਣੇ ਖਿਆਲਾਤ ਇਹਦੇ ਅੰਦਰ ਘਰ ਕਰੀ ਬੈਠੇ ਹਨ, ਸੋ ਉਹ ਇਸ ਦੇ ਜੀਵਨ ਨੂੰ ਖਰਾਬ ਕਰ ਰਹੇ ਹੁੰਦੇ ਹਨ। ਉਹਨਾਂ ਨੂੰ ਆਹਿਸਤਾ ਪਹਿਲੇ ਯੁਕਤੀ ਨਾਲ ਬਦਲਿਆ ਜਾਂਦਾ ਹੈ ਅਤੇ ਸਿਮਰਨ ਭਾਵੇਂ ਅੰਦਰ ਹੁੰਦਾ ਹੈ, ਉਸ ਦੀ ਪ੍ਰਾਪਤੀ ਸਹਿਜੇ ਹੀ ਹੋ ਜਾਂਦੀ ਹੈ। ਇਉਂ ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ, ਦੁਰਮਤ ਨਾ ਖੋਟੀ ਮਤ ਦਾ। ਇਸ ਦੇ ਅੰਦਰ ਇੱਕ ਇਹੋ ਜਿਹੀ ਮੱਤ ਹੈ ਜਿਹੜੀ ਬੁਰੇ ਕੰਮ ਕਰਵਾਉਂਦੀ ਹੈ, ਇੱਕ ਇਹੋ ਜਿਹੀ ਮੱਤ ਹੈ ਜਿਹੜੀ ਚੰਗੇ ਕੰਮ ਕਰਵਾਉਂਦੀ ਹੈ। ਦੁਰਮਤ ਖੋਟੇ ਕੰਮ ਕਰਵਾਉਂਦੀ, ਜੇ ਪ੍ਰਧਾਨ ਹੋਵੇ ਤਾਂ ਗੁਰਮਤ ਜਾਂ ਸੁਮਤ ਉਹ ਚੰਗੇ ਕੰਮ ਕਰਵਾਉਂਦੀ ਹੈ। ਸਤਸੰਗ ਕਰਦਿਆਂ, ਇਸ ਮਾਰਗ 'ਤੇ ਚਲਦਿਆਂ ਗੁਰਮਤ ਜਾਂ ਸੁਮਤ ਪ੍ਰਾਪਤ ਹੁੰਦੀ ਹੈ, ਉਹ ਪ੍ਰਬਲ ਹੁੰਦੀ ਹੈ।
ਦੁਰਮਤ ਨੂੰ ਦਬਾ ਲੈਂਦੀ ਹੈ। ਝਗੜਾ ਹੋ ਰਿਹਾ ਅੰਦਰ। ਜਿਸ ਵਕਤ ਗੁਰਮਤਿ ਆ ਸੁਮਤ ਪ੍ਰਬਲ ਹੋਈ, ਦੁਰਮਤ ਨੂੰ ਦਬਾ ਲਿਆ, ਇਨਸਾਨ ਤੋਂ ਫਿਰ ਬੁਰਾਈ ਹੁੰਦੀ ਨੇ। ਸੋਈਓ ਇਸੀ ਤਰ੍ਹਾਂ ਉਹਦੀ ਖੋਟੀ ਮਤ ਦੇਖ ਕੇ ਉਹਦੇ ਭਲੇ ਵਾਸਤੇ ਉਹ ਪਿੰਜਰਾ ਜਿਸ ਦੇ ਵਿੱਚ ਤੋਤਾ ਜੋ ਕਿ ਰਾਮ ਰਾਮ ਪੜ੍ਹਿਆ ਸੀ, ਉਸ ਦੇ ਬਹਾਨੇ ਇਸਦੇ ਭਲੇ ਦਾ ਵਿਚਾਰ ਕੀਤਾ। ਸਾਧ ਭਜਨ ਕਰਨ ਦੇ ਬਹੁਤ ਸਾਰੇ ਤਰੀਕੇ ਹਨ, ਬਹੁਤ ਸਾਰੀਆਂ ਜੁਗਤੀਆਂ ਹਨ, ਬਹੁਤ ਸਾਰੇ ਢੰਗ ਹਨ। ਅਧਿਕਾਰ ਦੇ ਮੁਤਾਬਕ ਜੁਗਤੀ ਸਮਝ ਆਇਆ ਕਰਦੀ, ਉਸ ਦੇ ਮੁਤਾਬਕ ਚੱਲਿਆ ਜਾ ਸਕਦਾ ਹੈ। ਸੋ ਇਸ ਕਰਕੇ ਪਹਿਲੇ ਪਹਿਲ ਆਦਿ ਅਵਸਥਾ ਦੇ ਵਿੱਚ ਜਦ ਕਿ ਨਵਾਂ ਨਵਾਂ ਅਲੜ ਜਗਿਆਸੂ ਲੱਗਦਾ ਹੈ, ਉਸ ਨੂੰ ਸਤਪੁਰਸ਼ ਉਸ ਦੇ ਮਨ ਨੂੰ ਸ਼ੁੱਧ ਕਰਨ ਵਾਸਤੇ ਪਹਿਲੇ ਕਿਸੇ ਗਿਣਤੀ ਵਿੱਚ ਜਾਂ ਕਿਸੇ ਹੋਰ ਬਹਾਨੇ ਮਨ ਸ਼ੁੱਧ ਕਰਨ ਦਾ ਉਪਾਅ ਦੱਸਦੇ ਹਨ। ਜਦੋਂ ਹੌਲੀ ਹੌਲੀ ਸੁਭਾਅ ਬਣ ਜਾਂਦਾ ਹੈ, ਫਿਰ ਅੰਤਰੀਵ ਜਿਹੜੀਆਂ ਅਭਿਆਸ ਦੀਆਂ ਜੁਗਤੀਆਂ ਮੁਕਤੀਆਂ ਹਨ ਉਹਨਾਂ ਵਿੱਚ ਪ੍ਰਗਟ ਕਰਦੇ ਹਨ। ਸੋ ਇਸ ਗਣਕਾਂ ਨੂੰ ਉਹਨਾਂ ਤੋਤੇ ਦੇ ਬਹਾਨੇ ਪਹਿਲੇ ਉਸਦੇ ਮਨ ਨੂੰ ਸ਼ੁੱਧ ਕਰਨ ਦਾ ਵਿਚਾਰ ਸੋਚਿਆ। ਸੋ ਤੋਤਾ ਜੋ ਕਿ ਰਾਮ ਰਾਮ ਪੜ੍ਹਿਆ ਸੀ, ਉਸਨੂੰ ਕਿਹਾ ਦੇਖੋ ਇਹ ਤੋਤਾ ਹੈ। ਕੁਝ ਹਦਾਇਤਾਂ ਹੋਰ ਦੱਸੀਆਂ, ਪੱਥ ਤੋਂ ਬਚਣਾ, ਪੱਥ ਰੱਖਣਾ, ਬੁਰਾਈ ਤੋਂ ਬਚਣਾ, ਜਿਤਨੇ ਨਿਸ਼ਿੱਧ ਕਰਮ ਸਨ, ਨਿੰਦਨੀय ਕਰਮ ਸਨ, ਉਹਨਾਂ ਤੋਂ ਰੋਕਣ ਦੀ ਅਮਾਨਤ ਕੀਤੀ ਔਰ ਚੰਗੇ ਕਰਮਾਂ ਦੇ ਵਿੱਚ ਪ੍ਰਵਿਰਤੀ ਦੇ ਵਾਸਤੇ ਉਪਦੇਸ਼ ਕੀਤਾ। ਔਰ ਇਹ ਕਿਹਾ ਸਵੇਰੇ ਅੰਮ੍ਰਿਤ ਵੇਲੇ ਉੱਠ ਦਾਤਨ ਇਸ਼ਨਾਨ ਕਰਕੇ ਅੱਛੀ ਤਰ੍ਹਾਂ ਸਰੀਰ ਦੀ ਸ਼ੁੱਧੀ ਕਰਕੇ ਆਲਸ ਨੂੰ ਦੂਰ ਕਰਕੇ ਇਸ ਤੋਤੇ ਤੋਂ ਦਿਨ ਚੜ੍ਹਦੇ ਤੱਕ ਰਾਮ ਰਾਮ ਕਹਾਇਆ ਕਰ। ਇਉਂ ਕਹਿੰਦੇ ਸੁਣਦੇ ਤੇਰੇ ਜਿਹੜੇ ਇਸ ਜਨਮ ਦੇ ਹੈ ਪਿਛਲੇ ਜਨਮ ਦੇ ਪਾਤਕ ਪਾਪ ਹੋਣਗੇ ਸਾਰੇ ਝੜ ਜਾਣਗੇ। ਜਿਵੇਂ ਕੱਪੜੇ ਨੂੰ ਸਾਬਣ ਲਾਉਂਦਾ ਲਿਆਉਂਦਾ ਸਾਰੀ ਮੈਲ ਨਿਕਲ ਜਾਂਦੀ ਹੈ, ਇਸੀ ਤਰ੍ਹਾਂ ਹੀ ਮਨ ਨੂੰ ਸ਼ੁੱਧ ਕਰਨ ਵਾਸਤੇ ਨਾਮ ਰੂਪੀ ਸਾਬਣ ਹੀ ਦੱਸਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਧਾ ਨਾਲ ਕਈ ਦਫਾ ਕਈ ਥਾਵਾਂ 'ਤੇ ਚਰਚਾ ਹੋਈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਾਰਗ ਭਗਤੀ ਮਾਰਗ ਅਤੇ ਉਹਨਾਂ ਦਾ ਮਾਰਗ ਪ੍ਰਾਣਾਯਾਮ ਸੀ। ਗੁਰੂ ਬਾਬੇ ਨੇ ਕਿਹਾ ਇਹ ਜ਼ਮਾਨਾ ਪ੍ਰਾਣਾਯਾਮ ਦਾ ਨਹੀਂ, ਲੋਕਾਂ ਦੇ ਇਤਨੇ ਤਕੜੇ ਦਿਮਾਗ ਨਹੀਂ, ਇਤਨੇ ਤਕੜੇ ਸਰੀਰ ਨਹੀਂ, ਪ੍ਰਾਣਾਯਾਮ ਦੀਆਂ ਚਾਲਾਂ ਚੱਲਣ ਦੇ ਯੋਗ ਨਹੀਂ। ਆਹ ਸਮਾਂ ਹੈ ਸਿਮਰਨ ਭਗਤੀ ਮਾਰਗ ਦਾ। ਸੋ ਇਸ ਕਰਕੇ ਅਸੀਂ ਭਗਤੀ ਵਿੱਚ ਲੋਕਾਂ ਨੂੰ ਪ੍ਰਵਿਰਤ ਕਰਨਾ ਹੈ। ਸੋ ਇਸ ਵਿਸ਼ੇ 'ਤੇ ਵਿਚਾਰ ਹੋਈ। ਉਹਨਾਂ ਪੁੱਛਿਆ ਗੱਲਾਂ ਬਾਤਾਂ ਦੇ ਦੌਰਾਨ ਵਿੱਚ ਗੁਰੂ ਨਾਨਕ ਜੀ, ਸੋ ਇਉਂ ਦੱਸੋ ਮਨ ਨੂੰ ਸ਼ੁੱਧ ਕੀਤੇ ਬਿਨਾਂ ਪ੍ਰਭੂ ਦਾ ਦੀਦਾਰ ਨਹੀਂ ਹੁੰਦਾ, ਅਤੇ ਉਹ 'ਤੇ ਸ਼ੁੱਧ ਕਰਨ ਦਾ ਕੀ ਉਪਰਾਲਾ ਹੈ, ਤੁਹਾਡੇ ਮਤ ਵਿੱਚ ਕੀ ਯਤਨ ਹੈ? ਗੁਰੂ ਜੀ ਨੇ ਉਸ ਦਾ ਜਵਾਬ ਇਉਂ ਦਿੱਤਾ, ਪੜ੍ਹੋ ਸਾਰੇ। ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪੇ ਤੋਲੇ ਬੰਦਿਆ। ਤੇਰੀ ਮਤ ਪਾਪਾਂ ਨਾਲ ਨਾਮ ਜਪੇ ਤੋਲੇ ਬੰਦਿਆ।
ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਿੱਖੇ। ਦ੍ਰਿਸ਼ਟਾਂਤ ਪ੍ਰਮਾਣ ਦੇ ਕੇ, ਮਿਸਾਲਾਂ ਦੇ ਕੇ ਸਮਝਾਉਂਦੇ ਹਨ। ਭਰੀਏ ਹੱਥ ਪੈਰ ਤਨ ਦੇ, ਹੱਥਾਂ ਨੂੰ, ਪੈਰਾਂ ਨੂੰ, ਸਰੀਰ ਨੂੰ ਮਿੱਟੀ ਘੱਟਾ ਲੱਗਿਆ ਹੋਵੇ। ਦੇ ਸਭ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਿੱਖੇ। ਉਹਦੀ ਮਿੱਟੀ ਘੱਟਾ ਸਰੀਰ ਦੀ, ਹੱਥਾਂ ਪੈਰਾਂ ਦੀ ਪਾਣੀ ਨਾਲ ਸਫਾ ਹੋ ਜਾਂਦੀ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਬੂਨ ਲਈਏ ਉਹ ਧੋਏ। ਕੱਪੜੇ ਮੈਲੇ ਹੋਏ ਹੋਣ, ਮੈਲ ਕੋਈ ਚੈਲ ਲੱਗੀ ਹੋਵੇ, ਉਸ ਕੱਪੜਿਆਂ ਨੂੰ ਸਾਬਣ ਨਾਲ ਸਫਾ ਕਰ ਲਈਦਾ। ਉਹਨਾਂ ਦੀ ਮੈਲ ਕੁਚੈਲ ਦੂਰ ਕੀਤੀ ਜਾ ਸਕਦੀ ਹੈ। ਇਸੀ ਤਰ੍ਹਾਂ ਭਰੀਏ ਮਤ ਪਾਪਾ ਕੇ ਸੰਗ, ਉਹ ਧੁੱਪੈ ਨਾਵੇਂ ਕੇ। ਮਤ ਜਿਹੜੀ ਹੈ ਪਾਪਾਂ ਨਾਲ ਮਲਨ ਹੋ ਚੁੱਕੀ ਹੈ। ਮਲਨ ਮਤ ਜਿਹੜੀ ਹੈ ਮਲਨ ਕੰਮ ਕਰਵਾਉਂਦੀ ਹੈ, ਮਲਨ ਪਾਸੇ ਨੂੰ ਪ੍ਰੇਰਦੀ ਹੈ। ਸੋ ਨਾਮ ਪਰਮੇਸ਼ਰ ਦਾ ਪ੍ਰੇਮ ਨਾਲ ਜਪਿਆਂ ਇਸ ਮਤ ਨੂੰ ਸ਼ੁੱਧ ਕੀਤਾ ਜਾ ਸਕਦਾ, ਇਸ ਦੀ ਮੈਲ ਦੂਰ ਕੀਤੀ ਜਾ ਸਕਦੀ ਹੈ। ਇਸ ਦਾ ਇਹੀ ਉਪਾਅ ਹੈ। ਜਦੋਂ ਮਤ ਸ਼ੁੱਧ ਹੋ ਗਈ, ਫਿਰ ਬੁਰੇ ਕੰਮਾਂ ਨੂੰ ਜੀਅ ਨਹੀਂ ਕਰਦਾ, ਖਿਆਲ ਹੀ ਨਹੀਂ ਉੱਠਦਾ, ਫੁਰਨੇ ਹੀ ਨਹੀਂ ਉੱਠਦੇ, ਮਨ ਸ਼ਾਂਤ ਹੋ ਜਾਂਦਾ ਹੈ, ਪੂਰਨ ਤ੍ਰਿਪਤ ਰੂਪ ਹੋ ਜਾਂਦਾ ਹੈ। ਸਵਯੰ ਇਹ ਗੁਰੂ ਬਾਬੇ ਨੇ ਦੱਸਿਆ। ਉਸ ਗਨ ਕਾਨੂੰਨ ਸਤਿਪੁਰਸ਼ਾਂ ਨੇ ਸਵੇਰੇ ਉੱਠ ਕੇ ਇਸ਼ਨਾਨ ਆਦਿ ਕਰਕੇ, ਆਲਸ ਨੂੰ ਦੂਰ ਕਰਕੇ, ਦਿਨ ਚੜ੍ਹੇ ਤੱਕ ਤੋਤੇ ਤੋਂ ਰਾਮ ਰਾਮ ਕਹਾਉਣਾ ਤੇ ਆਪ ਕਹਿਣਾ, ਇਸ ਪਰਚੇ ਵਿੱਚ ਪੈਣ ਦੀ ਹਦਾਇਤ ਕੀਤੀ। ਸੋ ਇਉਂ ਕਰਦਿਆਂ ਕਰਦਿਆਂ ਮਨ ਸ਼ੁੱਧ ਹੋ ਜਾਏਗਾ। ਅਗਲਾ ਢੰਗ, ਅਗਲੀ ਕੋਈ ਜੁਗਤੀ ਇਸ ਨੂੰ ਫਿਰ ਦੱਸੀ ਜਾਏਗੀ। ਐਸਾ ਵਿਚਾਰ ਕਰਕੇ ਉਹਨਾਂ ਨੇ ਉਹ ਤੋਤੇ ਦਾ ਪਿੰਜਰਾ ਦੇ ਦਿੱਤਾ ਹੈ। ਇਹ ਕਹਿਦਾ ਹੈ, ਜਿਹੜਾ ਪੁਰਸ਼ ਕੋਈ ਸਤਿਪੁਰਸ਼ਾਂ ਦੇ ਬਚਨਾਂ 'ਤੇ ਪਹਿਰਾ ਦਿੰਦਾ ਹੈ, ਉਸਦੀ ਹੀ ਕਲਿਆਣ ਹੁੰਦੀ ਹੈ। ਗਨਕਾਂ ਨੂੰ ਸਤਿਪੁਰਸ਼ਾਂ ਨੇ ਜੋ ਹਦਾਇਤ ਕੀਤੀ, ਜੋ ਸਿੱਖਿਆ ਦਿੱਤੀ, ਉਸਨੇ ਉਸ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਸ਼ੌਕ ਸੀ, ਲਗਨ ਸੀ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਆਦਿ ਕਰਕੇ, ਸਰੀਰ ਦੀ ਸ਼ੁੱਧੀ ਦੁਆਰਾ ਨਾਨਕ ਨਾਮ ਖੁਦਾ ਕਾ ਮਨ ਅੱਛੇ ਮੁਖ ਲੈ, ਸਰੀਰ ਦੀ ਸ਼ੁੱਧੀ ਨਾਲ ਭਜਨ ਕਰਨਾ ਅੱਛਾ ਹੈ। ਸੋ ਇਉਂ ਕਰਕੇ ਰੋਜ਼ ਹੀ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਕੇ ਉਸਨੇ ਦਿਨ ਚੜ੍ਹਦੇ ਤੱਕ ਤਕਰੀਬਨ ਇੱਕ ਪਹਿਰ ਤੋਤੇ ਤੋਂ ਰਾਮ ਰਾਮ ਕਹਾਉਣਾ ਤੇ ਆਪ ਕਹਿਣਾ। ਇੱਕ ਵਾਰੀ ਤੋਤਾ ਕਹਿੰਦਾ, ਇੱਕ ਵਾਰੀ ਆਪ, ਯਾਨੀ ਇੱਕ ਵਾਰੀ ਸੁਣਨਾ, ਇੱਕ ਵਾਰੀ ਕਹਿਣਾ। ਸੁਣਤੇ ਪਨੀਤ ਕਹਤੇ ਪਵਿੱਤ। ਵਾਹਿਗੁਰੂ ਦਾ ਜਸ ਸੁਣ ਕਹਿਣ ਕਰਕੇ ਹਰ ਦੋਨਾਂ ਹਾਲਤਾਂ ਵਿੱਚ ਪਵਿੱਤਰ ਕਰਦਾ ਹੈ। ਸੋ ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ। ਕੱਪੜੇ ਨੂੰ ਜਿਉਂ ਸਾਬਣ ਲੱਗਦੀ ਹੈ, ਉਹਦੀ ਮੈਲ ਘਟੀਚਦੀ ਹੈ। ਇਸੀ ਤਰ੍ਹਾਂ ਮਨ ਰੂਪੀ ਬਸਤਰ ਨੂੰ ਜਿਉਂ ਨਾਮ ਰੂਪੀ ਸਾਬਣ ਲੱਗਦਾ ਹੈ, ਇਹਦੀ ਪਾਪਾਂ ਰੂਪੀ ਮਲ ਦੂਰ ਹੁੰਦੀ ਹੈ, ਸ਼ੁੱਧ ਹੁੰਦਾ ਚਲਾ ਜਾਂਦਾ ਹੈ। ਇੱਕ ਦਿਨ ਇਉਂ ਸਾਬਣ ਲਾਉਂਦਿਆਂ ਲਾਉਂਦਿਆਂ ਅਤਿਅੰਤ ਸ਼ੁੱਧ ਹੋ ਜਾਂਦਾ ਹੈ। ਸ਼ੁੱਧ ਬਸਤਰ ਰੰਗ ਚੜ੍ਹਨ ਦੇ ਲਾਇਕ ਹੋ ਜਾਂਦਾ ਹੈ। ਬ੍ਰਹਮ ਗਿਆਨ ਦਾ ਰੰਗ ਹੈ, ਜਿਸ ਨੂੰ ਚੜ੍ਹ ਗਿਆ ਫਿਰ ਕਦੇ ਉਤਰਦਾ ਨਹੀਂ ਹੈ। ਸੋ ਪਰ ਹੌਲੀ 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 ਜਿਹਨੂੰ ਬਹੁਤੀ ਮੈਲ ਲੱਗੀ ਹੋਵੇ, ਉਹਨੂੰ ਕੁਛ ਦੇਰ ਲੱਗਿਆ ਕਰਦੀ ਹੈ। ਇਉਂ ਇਸਨੇ ਰੋਜ਼ ਹੀ ਐਸਾ ਵਿਆਹ ਸ਼ੁਰੂ ਕਰ ਦਿੱਤਾ, ਨਿੱਤ ਦਾ ਨਿਯਮ ਬਣ ਲਿਆ। ਅੱਜ ਹੋਰ, ਕੱਲ੍ਹ ਹੋਰ, ਦਿਨ ਬ ਦਿਨ ਸਾਧ ਸੰਗਤ ਸੁਭਾਅ ਬਣ ਗਿਆ। ਜੇ ਕਿਸੇ ਦਿਨ ਕਿਸੇ ਕਾਰਨ 'ਤੇ ਸਰੀਰ ਢਿੱਲਾ ਮੱਠਾ ਹੋ ਜਾਵੇ ਅਤੇ ਇਹ ਨਿੱਤ ਦਾ ਨਿਯਮ ਨਾ ਹੋਵੇ, ਚਿੱਤ ਉਦਾਸ ਰਹੇ, ਚਿੱਤ ਖੁਸ਼ ਨਾ ਰਹੇ। ਅਮਲੀ ਦੇ ਅਮਲ ਵਾਲੀ ਹਾਲਤ, ਅਮਲੀ ਨੂੰ ਅਮਲ ਨਾ ਮਿਲੇ ਤੋੜ ਲੱਗਦੀ ਹੈ। ਇਸੀ ਤਰ੍ਹਾਂ ਭਜਨ ਦੇ ਜਿਹੜੇ ਅਮਲੀ ਹਨ, ਜੇ ਉਹਨਾਂ ਨੂੰ ਸਮਾਂ ਨਾ ਮਿਲੇ ਕਿਸੇ ਕਾਰਨ 'ਤੇ ਤੋੜ ਲੱਗਣੀ, ਸਤਸੰਗ ਸੁਭਾਅ ਬਣ ਜਾਂਦਾ। ਆ ਦੁਨੀਆ 'ਤੇ ਜਿੰਨੇ ਬੁਰੇ ਸੁਭਾਅ, ਇਹ ਵੀ ਤਾਂ ਪੈਦਾ ਹੀ ਕੀਤੇ ਹਨ। ਜਦੋਂ ਬੱਚਾ ਛੋਟਾ ਹੁੰਦਾ ਹੈ, ਨਿਰਮਲ ਹੁੰਦਾ, ਸ਼ੁੱਧ ਹੁੰਦਾ, ਦੁੱਧ ਵਰਗਾ, ਹੌਲੀ ਹੌਲੀ ਜਿਹੀ ਜਿਹੀ ਸੁਸਾਇਟੀ ਮਿਲਦੀ ਹੈ, ਜਿਹੀ ਜਿਹੀ ਸੰਗਤ ਮਿਲਦੀ ਹੈ, ਉਹੋ ਜਿਹੇ ਦੇ ਖਿਆਲਾਤ ਹੋਈ ਜਾਂਦੇ ਨੇ। ਜਿਹੇ ਜਿਹੇ ਖਿਆਲਾਤ ਹੋਈ ਜਾਂਦੇ ਨੇ, ਉਹੋ ਜਿਹੇ ਸੁਭਾਅ ਬਣੀ ਜਾਂਦੇ ਨੇ। ਕਿਸੇ ਨੂੰ ਸ਼ਰਾਬ ਪੀਣ ਦਾ ਸੁਭਾਅ ਪੈ ਗਿਆ, ਕਿਸੇ ਨੂੰ ਜੂਏ ਦਾ ਸੁਭਾਅ ਪੈ ਗਿਆ, ਕਿਸੇ ਨੂੰ ਚੋਰੀ ਦਾ ਸੁਭਾਅ ਪੈ ਗਿਆ, ਕਿਸੇ ਨੂੰ ਡਾਕੇ ਧਾੜਿਆਂ ਦਾ ਸੁਭਾਅ ਪੈ ਗਿਆ,
ਕਿਸੇ ਨੂੰ ਲੜਾਈ ਪੜ੍ਹਾਈ ਦਾ ਸੁਭਾਅ ਪੈ ਗਿਆ। ਦੇਖ ਕਿਹੋ ਜਿਹੇ ਬੁਰੇ ਸੁਭਾਅ ਇਹ ਪਹਿਲਾਂ ਤਾਂ ਨਹੀਂ ਸੀ ਹਰ ਇੱਕ ਦੇ ਵਿੱਚ, ਇਹ ਭਾਈ ਪਏ ਹੈ ਨਾ। ਜਿਵੇਂ ਸੰਗਤ ਹੁੰਦੀ ਚਲੀ ਗਈ ਉਹੋ ਜਿਹੇ ਸੁਭਾਅ ਬਣਦੇ ਚਲੇ। ਕਬੀਰ ਮਨ ਪੰਖੀ ਪਿਆ ਉਡ ਉਡਦਾ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ। ਇਹੋ ਜਿਹੇ ਬੁਰੇ ਸੁਭਾਅ ਜਿਹੜੇ ਜੀਵਨ ਦਾ ਸੱਤਿਆਨਾਸ਼ ਕਰਦੇ ਹਨ, ਜੀਵਨ ਨੂੰ ਵਿਗਾੜਦੇ ਹਨ, ਜੀਵਨ ਦੀ ਦੁਰਦਸ਼ਾ ਕਰਦੇ ਹਨ, ਲੋਕਾਂ ਦੀ ਨਿਗਾਹਾਂ ਵਿੱਚ ਗਿਰਾ ਦਿੰਦੇ ਹਨ। ਇਹ ਜਿਹੇ ਸੁਭਾਅ ਜਦੋਂ ਇਨਸਾਨ 'ਚ ਪੈਦਾ ਹੋਣ, ਜ਼ਿੰਦਗੀ ਕਾਹਦੀ ਨਰਕ ਹੈ। ਤਾਂ ਇਉਂ ਕਰਕੇ ਚੰਗੇ ਸੁਭਾਅ ਪੈਦਾ ਕਰਨੇ ਇਹ ਇਸ ਦੇ ਵਾਸਤੇ ਇਹ ਹੁਕਮ ਹੈ ਗੁਰਬਾਣੀ ਦਾ। ਜੇ ਚੰਗੇ ਸੁਭਾਅ ਪੈਦਾ ਕਰ ਲਏ, ਇਹੋ ਜਿਹੇ ਸਤਸੰਗ ਕਰਨ ਦਾ, ਮਨ ਚਿੱਤ ਲਗਾ ਕੇ ਸਵੇਰੇ ਉੱਠ ਕੇ ਇਸ਼ਨਾਨ ਆਦਿ ਕਰਨ ਦਾ, ਬਾਣੀ ਪੜ੍ਹਨ ਦਾ, ਨਿਤਨੇਮ ਕਰਨ ਦਾ, ਸਿਮਰਨ ਕਰਨ ਦਾ, ਹੌਲੀ ਹੌਲੀ ਤੁਰਦੇ ਫਿਰਦੇ ਬਹਿੰਦੇ ਉੱਠਦੇ ਸਿਮਰਨ ਅਭਿਆਸ ਦਾ, ਹੋਰ ਚੰਗੇ ਅੱਛੇ ਸੁਭਾਅ ਦੇ ਵੀ ਗੁਣ ਸੁਭਾਅ ਪੈਦਾ ਕਰ ਲਏ, ਇਹ ਇਨਸਾਨ ਮਨੁੱਖ ਦੇ ਵਿੱਚ ਨਹੀਂ ਦੇਵਤਾ ਬਣ ਜਾਂਦਾ ਹੈ। ਬਲਕਿ ਦੇਵਤਾ ਨਹੀਂ, ਜਿਸ ਪਰਮੇਸ਼ਰ ਤੋਂ ਵਿਛੜਿਆ ਸੁਭਾਵਾਂ ਨੇ ਵਿਛੋੜਤਾ ਹੈ, ਚੰਗੇ ਸੁਭਾਅ ਪੈਦਾ ਕਰਕੇ ਪਰਮੇਸ਼ਰ ਰੂਪ ਵੀ ਬਣ ਜਾਂਦਾ। ਹੋਰ ਕੀ ਕਹਿਣਾ ਹੈ। ਪਰਮੇਸ਼ਰ ਦਾ ਪੁੱਤਰ ਤਾਂ ਹੈ ਹੀ ਇਹ, ਪਰਮੇਸ਼ਰ ਰੂਪ ਹੈ। ਪਰਮੇਸ਼ਰ ਦਾ ਪੁੱਤਰ ਪਰਮੇਸ਼ਰ ਹੁੰਦਾ ਹੈ, ਰਾਜਾ ਦਾ ਪੁੱਤਰ ਰਾਜਾ ਹੁੰਦਾ ਹੈ। ਸਾਰੇ ਜੀਵ ਪਰਮੇਸ਼ਰ ਦੇ ਪੁੱਤਰ ਹਨ, ਪਰ ਬੁਰੇ ਸੁਭਾਅ ਪੈਣ ਕਰਕੇ ਇਹ ਜੀਵ ਬਣ ਗਏ, ਦੁਰਦਸ਼ਾ ਹੋ ਗਈ, ਨਰਕਗਾਮੀ ਹੋ ਗਏ। ਚੰਗੇ ਸੁਭਾਅ ਜਦੋਂ ਪੈਦਾ ਕਰ ਲਏਗਾ, ਹੌਲੀ ਹੌਲੀ ਇਹੀ ਆਪਣੀ ਅਸਲੀ ਅਵਸਥਾ ਨੂੰ, ਜੋ ਈਸ਼ਵਰੀ ਅਵਸਥਾ ਹੈ, ਉਸਨੂੰ ਪ੍ਰਾਪਤ ਕਰ ਲਏਗਾ। ਅਤੇ ਚੰਗੇ ਸੁਭਾਵਾਂ ਦੁਆਰਾ ਉੱਚਾ ਉੱਠਦਾ ਉੱਚ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਚੰਗੇ ਸੁਭਾਅ ਪੈਦਾ ਕਰਨੇ ਚਾਹੀਦੇ ਹੈ। ਸੋ ਇਉਂ ਹੌਲੀ ਹੌਲੀ ਇਹ ਸੁਭਾਅ ਪੈਦਾ ਹੋ ਜਾਂਦੇ ਨੇ। ਗਣਕਾਂ ਨੇ ਜੋ ਸੁਭਾਅ ਨਿੱਤ ਦਾ ਬਣਾਇਆ, ਇਹੋ ਜਿਹਾ ਪਰਪੱਕ ਹੋ ਗਿਆ, ਇਸ ਦਾ ਅਮਲ ਬਣ ਗਿਆ, ਸੁਭਾਅ ਬਣ ਗਿਆ। ਜੇ ਕਿਤੇ ਕਿਤਾਈ ਕਿਸੇ ਕਾਰਨ 'ਤੇ ਸਰੀਰ ਢਿੱਲਾ ਮੱਠਾ ਹੋ ਕੇ ਬਿਮਾਰੀ ਠਮਾਰੀ ਦੇ ਕਾਰਨ ਨਾ ਨਿੱਤ ਦਾ ਨਿਯਮ ਹੋ ਸਕੇ, ਸਾਰਾ ਦਿਨ ਚਿੱਤ ਉਦਾਸ ਰਹਿੰਦਾ ਸੀ। ਜਿਵੇਂ ਬਾਬੇ ਫਰੀਦ ਨੇ ਇੱਕ ਦਫਾ ਇਉਂ ਦੱਸਿਆ ਹੈ, ਬਾਬਾ ਫਰੀਦ ਇੱਕ ਦਿਨ ਉਸ ਤੋਂ ਨਿਤਨੇਮ ਨਾ ਹੋ ਸਕਿਆ, ਚਿੱਤ ਉਦਾਸ ਹੈ, ਚਿੱਤ ਦਾ ਅਸਰ ਚਿਹਰਾ ਮੀਟਰ ਹੈ ਚਿੱਤ ਦੀ ਅਵਸਥਾ ਦਾ, ਖੁਸ਼ੀ ਗਮੀ ਦਾ। ਕਿਸੇ ਨੇ ਆ ਕੇ ਪੁੱਛਿਆ, ਬਾਬਾ ਜੀ ਚਿਹਰੇ 'ਤੇ ਉਦਾਸੀ ਹੈ, ਕਾਰਨ ਕੀ ਹੈ? ਉਸ ਮੌਕੇ ਉਹਨਾਂ ਨੇ ਉਹਦਾ ਸਬਬ ਦੱਸਿਆ, ਫਰੀਦਾ ਅਜਨਾ ਸੁਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜੈ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਅਜੇ ਨਿੱਤ ਦਾ ਨਿਯਮ ਨਹੀਂ ਹੋਇਆ, ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੋਇਆ, ਬਿਰਤੀ ਜੋੜ ਕੇ ਉਸ ਦੇ ਵਿੱਚ ਸਥਿਤੀ ਨਹੀਂ ਹੋਈ, ਤਾਂ ਤੇ ਚਿੱਤ ਦੀ ਉਦਾਸੀ ਦਾ ਕਾਰਨ ਇਹ ਹੈ। ਇਹ ਦੱਸਿਆ ਸੀ ਉਹਨਾਂ। ਇਉਂ ਅਮਲ ਬਣ ਜਾਂਦਾ ਰੋਜ਼ ਦਾ। ਇਸੀ ਤਰ੍ਹਾਂ ਇਹੋ ਜਿਹੀ ਦਿਸ਼ਾ, ਇਹੋ ਜਿਹੀ ਹਾਲਤ, ਇਹੋ ਜਿਹਾ ਅਮਲ ਗਣਕਾਂ ਨੂੰ ਰੋਜ਼ ਦੇ ਨਿਤਨੇਮ ਕਰਦੇ ਕਰਦੇ ਪੈ ਗਿਆ। ਨਿਤਨੇਮ ਕਰਦੇ ਕਰਦੇ ਪ੍ਰੇਮ ਪੈਦਾ ਹੋ ਜਾਂਦਾ ਹੈ। ਪ੍ਰੇਮ ਜਿਉਂ ਵੱਧਦਾ ਹੈ, ਪਹਿਲੇ ਤਾਂ ਖਾਸ ਜਿੰਨਾ ਸਮਾਂ ਨਿਤਨੇਮ ਦਾ ਉਸੇ ਵੇਲੇ ਭਜਨ ਕਰਦਾ। ਜਦੋਂ ਪ੍ਰੇਮ ਵੱਧ ਗਿਆ, ਇਸ ਨੂੰ ਸਤ-ਸਤ ਦੀ ਵਿਵੇਕ ਪੈਦਾ ਹੋ ਗਈ, ਫਿਰ ਆਪਣੇ ਸਮੇਂ ਨੂੰ ਬੇਅਰਥ ਨਹੀਂ ਗਵਾਉਣਾ ਚਾਹੁੰਦਾ। ਇਹ ਤੁਰਦੇ ਫਿਰਦੇ ਬਹਿੰਦੇ ਉੱਠਦੇ ਆਪਣੀ ਸੁਰਤ, ਆਪਣਾ ਖਿਆਲ ਸਿਮਰਨ ਵਿੱਚ ਲਗਾ ਛੱਡਦਾ ਹੈ, ਜੋ ਕਿ ਨਿਰੰਤਰ ਹੋ ਰਿਹਾ ਹੈ। ਅੰਦਰ ਸਭ ਦੇ ਹੀ ਅੰਦਰ ਸਿਮਰਨ ਹੋ ਰਿਹਾ। ਸੋ ਇਸੀ ਤਰ੍ਹਾਂ ਪ੍ਰੇਮ ਵੱਧਦੇ ਵੱਧਦੇ ਅਖੀਰ ਪ੍ਰੇਮ ਤੋਂ ਅੱਗੇ ਮਿਲਾਪ ਹੈ। ਸੋ ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰਿਆ, ਕਈ ਸਾਲ ਗੁਜ਼ਰ ਗਏ, ਮਨ ਸ਼ੁੱਧ ਹੋ ਗਿਆ, ਭਜਨ ਨੇ ਮਨ ਨੂੰ ਸਫਾ ਕਰ ਦਿੱਤਾ। ਜਿੰਨੀ ਦੇਰ ਤੱਕ ਮਨ ਮੈਲਾ ਹੈ, ਉਨੀ ਦੇਰ ਤੱਕ ਬੁਰਿਆਂ ਕੰਮਾਂ ਨੂੰ, ਬੁਰਾਈਆਂ ਨੂੰ ਖਿੱਚ ਖਾਂਦਾ ਹੈ। ਜਦੋਂ ਮਨ ਸ਼ੁੱਧ ਹੋ ਜਾਂਦਾ ਹੈ, ਬੁਰਾਈਆਂ ਨੂੰ ਖਿੱਚ ਨਹੀਂ ਖਾਇਆ ਕਰਦਾ, ਬੁਰਾਈਆਂ ਤੋਂ ਨਫ਼ਰਤ ਹੋ ਜਾਂਦੀ ਹੈ, ਬੁਰਾਈ ਇਸ ਨੂੰ ਵਿਉ ਵਰਗੀ ਲੱਗਿਆ ਕਰਦੀ ਹੈ। ਇਸੀ ਤਰ੍ਹਾਂ ਕੁਦਰਤੀ ਸਵਸਥ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਕੁਦਰਤੀ ਅੰਦਰ ਸ਼ਾਂਤੀ, ਠੰਡ ਔਰ ਨਿਸ਼ਚਿਤ ਅਵਸਥਾ, ਪੂਰਨ ਤ੍ਰਿਪਤੀ ਵਾਲੀ ਅਵਸਥਾ ਆ ਜਾਂਦੀ ਹੈ, ਜਿਸ ਤੋਂ ਸੁਖਦਾਈ ਅਵਸਥਾ ਹੋਰ ਕੋਈ ਹੈ ਨਹੀਂ। ਸੋ ਇਉਂ ਕਈ ਸਾਲ ਗੁਜ਼ਰ ਗਏ। ਅੱਜ ਬਰਸਾਤ ਦਾ ਮੌਸਮ ਸਾਡੇ ਦੇਸ਼ ਦੇ ਵਿੱਚ 6 ਰੁੱਤਾਂ ਮੰਨੀਆਂ ਹਨ। 12 ਮਹੀਨੇ ਦਾ ਸਾਲ ਹੁੰਦਾ ਹੈ, 2-2 ਮਹੀਨੇ ਦੀ ਇੱਕ ਰੁੱਤ ਮੰਨੀ ਹੈ। ਅੱਜ ਕੱਲ੍ਹ ਦੀ ਰੁੱਤ ਜਿਹੜੀ ਸਾਉਣ ਭਾਦਰੋਂ ਦੀ ਰੁੱਤ ਨੂੰ
ਚੁਮਾਸੇ ਦੀ ਹੈ, ਬਰਸਾਤ ਦੀ ਰੁੱਤ ਕਿਹਾ ਜਾਂਦਾ ਹੈ। ਇਸ ਮੌਸਮ ਦੇ ਵਿੱਚ ਬਾਰਿਸ਼ਾਂ ਵਗੈਰਾ ਦਾ ਜ਼ਿਆਦਾ ਹੋਇਆ ਕਰਦਾ ਹੈ। ਬਾਰਿਸ਼ਾਂ ਪੈਣ ਕਰਕੇ ਸੋ ਬਹੁਤੀ ਚੁਰਾਸੀ ਭੁਗਤਾਈ ਜਾਂਦੀ ਹੈ, ਸਬਸਿਡੀ ਦੀ ਪਪੜੀ ਬਹੁਤੀ ਹੁੰਦੀ ਹੈ। ਸੋ ਦਿਨੇ ਅੱਜ ਗਨਕਾ ਤੋਤੇ ਨੂੰ ਪਾਣੀ ਵਗੈਰਾ, ਚੂਰੀ ਵਗੈਰਾ, ਬਦਾਮ ਬਦੂਮ ਖਵਾਉਣ ਲੱਗੀਆਂ। ਜਦੋਂ ਪਿੰਜਰੇ ਦੀ ਬਾਰੀ ਖੋਲ੍ਹੀ, ਪਾਣੀ ਪਿਲਾਇਆ, ਬਦਾਮ ਬਦੂਮ ਖਵਾਏ, ਜੋ ਕੁਛ ਉਹਦਾ ਖਾਣਾ ਦਾਣਾ ਸੀ ਦਿੱਤਾ। ਕੁਦਰਤੀ ਬਾਰੀ ਲਾਉਣੀ ਭੁੱਲ ਜਾਂਦੀ ਹੈ ਪਿੰਜਰੇ ਦੀ। ਸੋ ਰਾਤ ਹੋ ਗਈ। ਰਾਤ ਹੋਇਆਂ ਵੱਟ ਪਿਆ ਹੋਇਆ ਸੀ। ਫਿਰਦਾ ਫਿਰਦਾ ਇੱਕ ਬੜਾ ਜ਼ਹਿਰੀਲਾ ਸੱਪ ਉਸ ਖੁੱਲ੍ਹੀ ਬਾਰੀ ਥਾਈਂ ਪਿੰਜਰੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਪਿੰਜਰਾ ਖੁੱਲ੍ਹਾ ਸੀ, ਪਿੰਜਰੇ ਦੀ ਬਾਰੀ ਖੁੱਲ੍ਹੀ ਸੀ, ਯਾਨੀ ਉੱਥੋਂ ਦੀ ਉਹ ਸੱਪ ਪਿੰਜਰੇ 'ਚ ਵੜ ਜਾਂਦਾ ਹੈ, ਤੋਤੇ ਨੂੰ ਖਾ ਜਾਂਦਾ ਹੈ। ਸੱਪ ਦਾ ਸੁਭਾਅ ਜਿਹੜੀ ਵਸਤੂ ਸਾਫ ਦੀ ਨਿਗਾਹਿਆ ਕਰਦਾ ਉਹਨੂੰ, ਤਾਂ ਫਿਰ ਅੰਦਰ ਹੀ ਜਾ ਕੇ ਉਹ ਗਲਦੀ ਹੱਲ ਹੁੰਦੀ ਹੈ। ਇਉਂ ਕਰਕੇ ਉੱਥੇ ਆਰਾਮ ਨਾਲ ਬੈਠਾ, ਹਵਾ ਆਉਂਦੀ ਸੀ, ਕੁਛ ਉੱਚੇ ਥਾਂ ਪਿੰਜਰਾ ਟੰਗਿਆ ਸੀ। ਇਸੀ ਤਰ੍ਹਾਂ ਗਨਕਾ ਦਾ ਰੋਜ਼ ਦਾ ਜਾਗਣ ਦਾ ਵਕਤ ਹੋ ਗਿਆ। ਜਿਹੜੇ ਨਿੱਤ ਦੇ ਨੇਮੀ ਹਨ, ਜਿਸ ਵਕਤ ਜਾਗਦੇ ਹਨ, ਪਹਿਲੇ ਥੋੜ੍ਹੇ ਦਿਨ ਥੋੜ੍ਹਾ ਜਿਹਾ ਹਟ ਕਰਨਾ ਪੈਂਦਾ, ਫਿਰ ਵਕਤ ਸਿਰ ਅਵਸ਼ੀ ਜਾਗ ਆਉਂਦੀ ਹੈ। ਵਕਤ ਸਿਰ ਜਾਗ ਆਈ, ਉੱਠ ਕੇ ਦਾਤਨ ਕੁੱਲਾ ਕਰਾ ਕੇ ਇਸ਼ਨਾਨ ਵਗੈਰਾ ਕਰਕੇ ਆਸਣ ਵਿਛਿਆ ਹੁੰਦਾ, ਸਾਹਮਣੇ ਪਿੰਜਰਾ ਟੰਗਿਆ ਹੁੰਦਾ, ਉੱਥੇ ਬੈਠ ਜਾਇਆ ਕਰਦੀ। ਬੈਠਣ ਸਾਰੀ ਸ਼ੁਰੂ ਕਰ ਦਿੰਦੀ ਸੀ ਤੋਤੇ ਨੂੰ ਬੁਲਾਉਣਾ ਆਰਾਮ ਨਾਲ। ਸੋ ਇਸੀ ਤਰ੍ਹਾਂ ਅੱਜ ਵੀ ਚੌਂਕੜਾ ਮਾਰ ਕੇ ਬੈਠ ਗਈ, ਸਾਹਮਣੇ ਪਿੰਜਰਾ, ਆਵਾਜ਼ ਦਿੱਤੀ ਗਈ, ਤੋਤਾ ਬੋਲ ਰਾਮ ਰਾਮ। ਪਹਿਲਾ ਦਿਨ ਹੈ, ਕਈ ਸਾਲਾਂ ਤੋਂ ਬਾਅਦ ਅਜੇ ਤੋਤੇ ਉਰੀ ਰਾਮ ਰਾਮ ਨਹੀਂ ਬੋਲਦੇ, ਨਹੀਂ ਪਹਿਲੀ ਆਵਾਜ਼ ਨਾਲ ਫਟ ਰਾਮ ਰਾਮ ਕਹਿ ਦਿੰਦਾ ਸੀ। ਸੋ ਹੈਰਾਨ ਹੈ ਵੀ ਕੀ ਕਾਰਨ। ਅੱਜ ਫਿਰ ਆਵਾਜ਼ ਦਿੱਤੀ ਬੋਲ ਰਾਮ ਰਾਮ। ਅੰਧੇਰਾ ਸੀ ਚੂੰਕਿ, ਸੋ ਫਿਰ ਨਹੀਂ ਬੋਲਿਆ। ਅਸੀਂ ਸੋਚਿਆ ਵੀ ਸ਼ਾਇਦ ਸੁੱਤਾ ਪਿਆ ਹੋਣਾ, ਪਿੰਜਰੇ ਨੂੰ ਹਿਲਾ ਦੇਣਾ ਚਾਹੀਦਾ। ਗਾਹਾਂ ਨਾਲ ਹੀ ਪਿੰਜਰਾ ਸੀ, ਹੱਥ ਮਾਰ ਕੇ ਵੀ ਪਿੰਜਰਾ ਹਿੱਲ ਜਾਏਗਾ। ਸੋ ਗਾਹਾਂ ਹੱਥ ਮਾਰਿਆ, ਬਾਰੀ ਖੁੱਲ੍ਹੀ ਸੀ, ਉਸ ਥਾਈਂ ਹੱਥ ਸੱਪ ਦੇ ਸਿਰ ਵਿੱਚ ਜਾ ਲੱਗਦਾ। ਉੱਧਰੋਂ ਜ਼ੁਬਾਨ ਦੇ ਵਿੱਚੋਂ ਨਿਕਲਦਾ ਹੈ ਬੋਲ ਰਾਮ ਰਾਮ। ਸੱਪ ਬੜਾ ਜ਼ਹਿਰੀਲਾ ਸੀ। ਜਦੋਂ ਸਿਰ ਵਿੱਚ ਹੱਥ ਲੱਗਿਆ ਨਾ, ਉਹਦੇ ਨੂੰ ਉਸਨੇ ਡੰਗ ਮਾਰੇ। ਇਤਨਾ ਜ਼ਹਿਰੀਲਾ ਸੀ ਵੀ ਡੰਗ ਲੱਗਣ ਦੀ ਦੇਰ ਸੀ, ਨਾਲ ਦੀ ਨਾਲ ਪ੍ਰਾਣ ਖਤਮ ਹੋ ਗਏ। ਕਿਉਂਕਿ ਕਈ ਤਾਂ ਇਹੋ ਜਿਹੇ ਹੁੰਦੇ ਨੇ, ਕੁਛ ਪਤਾ ਹੀ ਨਹੀਂ ਲੱਗਦਾ ਲੜ ਗਏ ਨੇ ਕਿ ਨਾ, ਇਤਨਾ ਥੋੜ੍ਹਾ ਜ਼ਹਿਰ ਹੁੰਦਾ। ਕਈ ਫੁੱਲਾਂ ਨੂੰ ਵੀ ਗਾਲਣ ਵਾਲੇ ਹੁੰਦੇ ਨੇ, ਇਹਨਾਂ ਦੀ ਕਿਸਮਾਂ ਹੁੰਦੀਆਂ ਹਨ। ਸੋ ਇਸ ਕਰਕੇ ਜਦੋਂ ਡੰਗ ਮਾਰਿਆ, ਉਹਦੇ ਪ੍ਰਾਣ ਨਿਕਲ ਗਏ। ਕਿਉਂਕਿ ਵਕਤੀ ਅਖੀਰ ਪਰਮੇਸ਼ਰ ਦਾ ਨਾਮ ਚਿੰਤਨ ਕਰਦੀ ਨੇ ਸਰੀਰ ਛੱਡਿਆ, ਇਸ ਵਾਸਤੇ ਸਿੱਧੀ ਬੈਕੁੰਠ ਧਾਮ ਨੂੰ ਗਈ। ਕਿਉਂਕਿ ਇਹ ਅਸੂਲ ਹੈ, ਜਿਹੋ ਜਿਹਾ ਚਿੰਤਨ ਵਕਤੀ ਅਖੀਰ ਕਰਦਾ, ਸਰੀਰ ਦਾ ਪਰਿਤਿਆਗ ਕਰਦਾ ਹੈ, ਵੈਸੀ ਹੀ ਗਤੀ ਪ੍ਰਾਪਤ ਹੁੰਦੀ ਹੈ। ਗਨਕਾ ਚੱਲੀ ਐ ਬਵਾਨਾ ਉੱਤੇ ਬੈਠ ਕੇ, ਪਾਪਾਂ ਦਾ ਪਹਾੜ ਟਹਿ ਗਿਆ। ਗਨਕਾ ਚੱਲੀ ਐ ਬਵਾਨਾ ਉੱਤੇ, ਪਾਪਾਂ ਦਾ ਪਹਾੜ ਟਹਿ ਗਿਆ। ਪਾਪਾਂ ਦਾ